ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਇਸ ਆਨਲਾਈਨ ਸੈਸ਼ਨ ਦੇ ਵਿੱਚ ਸਵਾਗਤ ਹੈ। ਅੱਜ ਆਪਾਂ ਇੱਕ ਨਵੀਂ ਕਨਸੈਪਟ ਨਵਾਂ ਕੋਰਸ ਤੁਹਾਡੇ ਲਈ ਮੈਂ ਲੈ ਕੇ ਆਇਆ, ਜੋ ਕਿ ਕੋਰਸ ਹੈ ਕੰਪਿਊਟਰ ਨੂੰ ਲੈ ਕੇ। ਆਉਣ ਵਾਲੇ ਜਿੰਨੇ ਵੀ ਪੇਪਰ ਨੇ ਆਪਣੇ ਕੋਲੇ, ਚਾਹੇ ਉਹ PSSB ਕੰਡਕਟ ਕਰ ਰਿਹਾ ਹੈ, ਚਾਹੇ ਉਹਨੂੰ TCS ਕੰਡਕਟ ਕਰੂਗਾ, ਜਿਵੇਂ ਸਬ ਇੰਸਪੈਕਟਰ ਦਾ ਪੇਪਰ ਹੈ, ਠੀਕ ਹੈ। ਸਾਰੇ ਪੇਪਰਾਂ ਦੇ ਸਿਲੇਬਸ ਨੂੰ ਧਿਆਨ ਦੇ ਵਿੱਚ ਰੱਖ ਕੇ ਇੱਕ ਕੋਰਸ ਬਣਾਇਆ ਅਸੀਂ ਨੇ ਕੰਪਿਊਟਰਸ ਦਾ। ਬਿਲਕੁਲ ਫਰੈਸ਼ ਕੋਰਸ ਹੋਏਗਾ ਇਹ। ਪੁਰਾਣਾ ਜੋ ਕੋਰਸ ਸਾਡਾ ਸੀਗਾ ਉਹਦੇ ਨਾਲ ਕੋਈ ਇਹਦਾ ਲੇਗਾ ਦੇਗਾ ਨਹੀਂ ਹੋਏਗਾ, ਕਿਉਂਕਿ ਪਿਛਲੇ ਕੋਰਸ ਦੇ ਵਿੱਚ ਇੱਕ ਆਡੀਅנס ਦੀ ਡਿਮਾਂਡ ਸੀ, ਜਾਂ ਜਿਹੜੇ ਯੂਜ਼ਰ ਵਰਤ ਰਹੇ ਸੀਗੇ ਉਹਨੂੰ, ਕਿ ਜਿਨ੍ਹਾਂ ਨੇ ਲਿਆ ਸੀਗਾ, ਕਿ ਇੱਕ ਤਾਂ ਸਕਰੀਨ ਦੇ ਉੱਤੇ ਜਦੋਂ ਪੜ੍ਹਾਇਆ ਜਾਵੇ ਪੰਜਾਬੀ ਜ਼ਰੂਰ ਨਾਲ ਵਿੱਚ ਹੋਵੇ। ਇਹ ਨਹੀਂ ਕਿ ਇੰਗਲਿਸ਼ ਦੇ ਲੈਕਚਰ ਤੁਸੀਂ ਪੜ੍ਹਾ ਚਾਹੇ ਪੰਜਾਬੀ 'ਚ ਰਹੇ ਹੋ, ਕਿ ਇੰਗਲਿਸ਼ ਦੇ ਵਿੱਚ ਲੈਕਚਰ ਦੇ ਦਿੱਤੇ ਜਾਣ। ਤਾਂ ਉਹਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਪਹਿਲਾਂ ਤਾਂ ਆਪਣਾ ਸਾਰਾ ਕੰਟੈਂਟ ਜਿੰਨਾ ਹੈ ਉਹਨੂੰ ਬਾਇਲੈਂਗੁਅਲ ਦੇ ਵਿੱਚ ਕਨਵਰਟ ਕਰ ਲਿਆ। ਮਤਲਬ ਹੁਣ ਸਕਰੀਨ ਤੇ ਅੰਗਰੇਜ਼ੀ ਵੀ ਪੰਜਾਬੀ ਵੀ ਤੁਸੀਂ ਦੇਖ ਸਕਦੇ ਹੋ, ਪੈਰਲਲ ਹੋਊਗੀ। ਤਾਂ ਪੰਜਾਬੀ ਵਾਲੇ ਨੂੰ ਪੰਜਾਬੀ 'ਚ ਪੜ੍ਹ ਸਕਦੇ ਆ, ਅੰਗਰੇਜ਼ੀ ਵਾਲੇ ਨੂੰ ਅੰਗਰੇਜ਼ੀ 'ਚ ਪੜ੍ਹ ਸਕਦੇ ਆ। ਕਮਿਊਨੀਕੇਸ਼ਨ ਜਿਹੜਾ ਰਹੂਗਾ ਉਹ ਮਿਕਸਡ ਰਹੂਗਾ, ਜਿਹਦੇ ਵਿੱਚ ਜ਼ਿਆਦਾਤਰ ਤੁਸੀਂ ਦੇਖਦੇ ਹੋ ਕਿ ਅਸੀਂ ਪੰਜਾਬੀ ਦੇ ਵਿੱਚ ਹੀ ਪੜ੍ਹਾਉਂਦੇ ਆ। ਵੈਸੇ ਵੀ ਕੰਪਿਊਟਰ ਦੇ ਜਿਹੜੇ ਜ਼ਿਆਦਾਤਰ ਸ਼ਬਦ ਹੁੰਦੇ ਨੇ ਨਾ, ਉਹ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਸੇਮ ਹੀ ਹੁੰਦੇ ਨੇ। ਬਹੁਤ ਥੋੜੇ ਸ਼ਬਦਾਂ ਦੇ ਵਿੱਚ ਹੀ ਫਰਕ ਹੁੰਦਾ। ਜਿਹੜੇ ਜਿੰਨੇ ਟੈਕਨੀਕਲ ਸ਼ਬਦ ਆ ਜਾਂਦੇ ਨੇ ਉਹ ਅੰਗਰੇਜ਼ੀ 'ਚ ਵੀ ਉਵੇਂ ਵਰਤਦੇ ਆ, ਪੰਜਾਬੀ 'ਚ ਵੀ ਉਵੇਂ ਵਰਤਦੇ ਆ, ਤਾਂ ਉਹਦੇ 'ਚ ਕੋਈ ਬੜਾ ਫਰਕ ਨਹੀਂ ਰਹਿੰਦਾ। ਪਰ ਫਿਰ ਵੀ ਦੋਨੋਂ ਲੈਂਗੁਏਜਸ 'ਚ ਲਿਖਿਆ ਹੋਊਗਾ, ਜਿਹੜਾ ਜਿਹਦੇ ਵਿੱਚ ਪੜ੍ਹਨਾ ਚਾਹੁੰਦਾ ਹੋਊਗਾ ਪੜ੍ਹ ਸਕਦਾ ਹੋਊਗਾ। ਇਸ ਤੋਂ ਇਲਾਵਾ ਜਿਹੜੇ ਆਲਰੇਡੀ ਤਿਆਰੀ ਕਰ ਚੁੱਕੇ ਨੇ, ਕੰਪਿਊਟਰ ਪੜ੍ਹਿਆ ਹੋਇਆ, ਉਹਨਾਂ ਦੇ ਲਈ ਅਸੀਂ ਨੇ ਆਨਲਾਈਨ ਸੀਰੀਜ਼ ਸ਼ੁਰੂ ਕੀਤੀ ਹੈ ਪ੍ਰੀਵੀਅਸ ਪੇਪਰਸ ਦੀ, ਜਿਹਦੇ ਵਿੱਚ PSSB ਦੇ 2020 ਤੋਂ ਬਾਅਦ 21-22-20 ਦੇ ਵਿੱਚ ਜਿਹੜੇ ਪੇਪਰ PSSB ਨੇ ਕੰਡਕਟ ਕੀਤੇ ਨੇ, ਉਹਦੇ ਵਿੱਚ ਜਿਹੜੇ ਕੰਪਿਊਟਰ ਦੇ ਸਵਾਲ ਆਏ ਨੇ, ਚਾਹੇ ਉਹ 15 ਆਏ ਨੇ, ਚਾਹੇ 10 ਆਏ ਨੇ, ਚਾਹੇ 20 ਆਏ ਨੇ ਕਿਸੇ ਪੇਪਰ 'ਚ, ਉਹ ਸਾਰੇ ਅਸੀਂ ਨੇ ਆਨਲਾਈਨ YouTube ਤੇ ਇੱਕ ਸੀਰੀਜ਼ ਦੀ ਫਾਰਮ 'ਚ ਫ੍ਰੀ ਆਫ ਕਾਸਟ ਤੁਹਾਨੂੰ ਪ੍ਰੋਵਾਈਡ ਕਰਨੇ ਨੇ। ਤੁਸੀਂ ਉਹ ਸੀਰੀਜ਼ ਸੁਣ ਸਕਦੇ ਹੋ। ਜਿਵੇਂ ਉਹਦਾ ਇੱਕ ਲੈਕਚਰ ਆਲਰੇਡੀ YouTube ਤੇ ਪਿਆ ਹੋਇਆ ਪਹਿਲਾਂ, ਠੀਕ ਹੈ, ਜਿਹਦੇ ਵਿੱਚ ਇਲੈਕਸ਼ਨ ਕਰਨਗੋ ਵਾਲਾ ਕੁਐਸਚਨ ਪੇਪਰ ਦੇ ਜਿਹੜੇ ਕੁਐਸਚਨ ਸੀਗੇ ਉਹ ਡਿਸਕਸ ਕੀਤੇ ਗਏ ਨੇ। ਉਸ ਤੋਂ ਇਲਾਵਾ ਐਵੇਂ ਕਰਕੇ ਇੱਕ ਪੇਪਰ ਕਰਕੇ ਸਾਰੇ ਕੁਐਸਚਨ ਡਿਸਕਸ ਕੀਤੇ ਜਾਣਗੇ। ਉਹ ਉਸ ਸੀਰੀਜ਼ ਨੂੰ ਦੇਖ ਸਕਦੇ ਨੇ। ਉਹਦਾ ਜਿਹੜਾ ਲਿੰਕ ਹੋਊਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਿਆ, ਤੁਸੀਂ ਉੱਥੋਂ ਜਾ ਕੇ ਉਹਨੂੰ ਦੇਖ ਸਕਦੇ ਹੋ, ਉਸ ਸੀਰੀਜ਼ ਨੂੰ, ਉਸ ਦਾ ਫਾਇਦਾ ਲੈ ਸਕਦੇ ਹੋ। ਹੁਣ ਰਹੀ ਗੱਲ ਇਸ ਕੋਰਸ ਦੀ। ਇਸ ਕੋਰਸ ਦੇ ਬਾਰੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਮੇਰਾ ਨੰਬਰ ਹੈ 7087405454। ਇਹਦੇ ਵਿੱਚ ਥਿਊਰੀ ਤਾਂ A to Z ਬਿਲਕੁਲ ਡਿਟੇਲ ਦੇ ਵਿੱਚ ਕਰਾਈ ਹੀ ਜਾਊਗੀ। ਪੰਜਾਬੀ ਤੇ ਇੰਗਲਿਸ਼ ਜਿਵੇਂ ਤੁਹਾਨੂੰ ਦੱਸਿਆ ਕੰਟੈਂਟ ਜਿਵੇਂ ਰਹੂਗਾ ਪੂਰੇ ਦਾ ਪੂਰਾ। ਇਹ ਤੋਂ ਇਲਾਵਾ ਮੋਰ ਦੈਨ 1000 ਦੇ ਰਾਊਂਡ MCQ ਵੀ ਕਵਰ ਕੀਤੇ ਜਾਣਗੇ, ਜਿਹਦੇ ਵਿੱਚ ਸਾਰੇ ਪ੍ਰੀਵੀਅਸ ਈਅਰ ਪੇਪਰਸ, ਚਾਹੇ ਸਬ ਇੰਸਪੈਕਟਰ ਦੇ ਪੇਪਰ ਹੋਏ ਨੇ, ਚਾਹੇ ਕੋਈ ਕਾਂਸਟੇਬਲ ਦੇ ਪੇਪਰ ਹੋਏ ਨੇ, ਚਾਹੇ PSSB ਨੇ ਪੇਪਰ ਕੰਡਕਟ ਕਰੇ ਨੇ, ਉਹ ਸਾਰੇ ਦੇ ਸਾਰੇ ਸਵਾਲ ਡਿਸਕਸ ਕੀਤੇ ਜਾਣਗੇ। ਉਹ ਵੀ ਵੀਡੀਓਜ਼ ਦੇ ਫਾਰਮ 'ਚ ਇਸ ਕੋਰਸ ਦੇ ਵਿੱਚ ਤੁਹਾਨੂੰ ਅਵੇਲੇਬਲ ਮਿਲਣਗੇ ਪੂਰੇ ਦੇ ਪੂਰੇ। ਆਪਣੇ ਆਪ ਦੇ ਵਿੱਚ ਇੱਕ ਫੁੱਲ ਫਲੈਜ ਕੋਰਸ ਹੋਏਗਾ। ਇਹਦੇ ਬਾਰੇ ਕਿਸੇ ਨੇ ਕੋਈ ਹੋਰ ਜਾਣਕਾਰੀ ਲੈਣੀ ਹੋ ਕੋਰਸ ਦੇ ਬਾਰੇ ਤਾਂ ਨੰਬਰ ਹੈ ਮੇਰਾ, ਆਪਣਾ ਨੰਬਰ ਹੈ, ਤੁਸੀਂ ਇਹਦੇ ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ, ਮੈਨੂੰ WhatsApp ਕਰ ਸਕਦੇ ਹੋ, ਮੈਨੂੰ ਕਾਲ ਕਰ ਸਕਦੇ ਹੋ, ਤਾਂ ਤੁਹਾਨੂੰ ਇਹਦੇ ਬਾਰੇ ਪੂਰੀ ਇਨਫੋਰਮੇਸ਼ਨ ਦਿੱਤੀ ਜਾਊਗੀ। ਅੱਜ ਦਾ ਜਿਹੜਾ ਆਪਣਾ ਮਕਸਦ ਹੈ ਇਸ ਲੈਕਚਰ ਦੇ ਵਿੱਚ, ਆਪਾਂ ਨੇ ਕੀ ਪੜ੍ਹਨਾ ਹੈ। ਪਹਿਲਾ ਚੈਪਟਰ ਆਪਣਾ, ਜਿੱਥੋਂ ਅਸੀਂ ਸ਼ੁਰੂ ਕਰਾਂਗੇ ਕੰਪਿਊਟਰ ਨੂੰ, ਕੰਪਿਊਟਰ ਦਾ ਇਤਿਹਾਸ ਤੇ ਕੰਪਿਊਟਰ ਦੇ ਪ੍ਰਕਾਰ। ਬੜਾ ਮਹੱਤਵਪੂਰਨ ਚੈਪਟਰ ਹੈ, ਇਹ 'ਚੋਂ ਵੀ ਕਾਫੀ ਸਵਾਲ ਪੁੱਛੇ ਜਾਂਦੇ ਨੇ। ਇਸ ਚੈਪਟਰ ਨੂੰ ਅਸੀਂ 2 ਤੋਂ 3 ਵੀਡੀਓਜ਼ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਪੂਰੇ ਕੋਰਸ ਨੂੰ ਹੀ ਤੁਸੀਂ ਦੇਖੋਗੇ ਕਿ ਪੂਰੇ ਦਾ ਪੂਰਾ ਕੋਰਸ ਜਿਹੜਾ ਹੈ, ਕੋਈ ਉਹਦੇ ਵਿੱਚ ਜਲਦਬਾਜ਼ੀ ਨਹੀਂ। ਮੈਂ ਜਲਦਬਾਜ਼ੀ ਕਰਦਾ ਹੀ ਨਹੀਂ, ਮੇਰਾ ਆਪਦਾ ਇੱਕ ਸਟਾਈਲ ਹੈ ਪੜ੍ਹਾਉਣ ਦਾ। ਮੈਂ ਬਿਲਕੁਲ ਕਿਸੇ ਚੀਜ਼ ਜਲਦਬਾਜ਼ੀ ਨਹੀਂ ਕਰਦਾ। ਇੱਕ ਦੇ ਚਾਹੇ 3 ਲੈਕਚਰ ਲੱਗ ਜਾਣ, ਪਰ ਗੱਲ ਸਮਝ ਆਉਣੀ ਚਾਹੀਦੀ ਹੈ, ਠੀਕ ਹੈ। ਮੇਰਾ ਮਕਸਦ ਇਹ ਹੁੰਦਾ ਹੈ। ਸੇਮ ਚੀਜ਼ ਮੈਂ ਇਸ ਕੋਰਸ ਨੂੰ ਬਣਾਉਣ ਤੇ ਅਪਲਾਈ ਕੀਤੀ ਹੈ ਕਿ ਜੇ ਕੋਈ ਲੈਕਚਰ ਧੱਕਾ ਨਹੀਂ ਕੀਤਾ ਕਿ ਉਹਨੂੰ ਇੱਕ 'ਚ ਹੀ ਕਵਰ ਕਰ ਦਿੱਤਾ ਜਾਵੇ, ਉਹਨੂੰ 2 ਪਾਰਟਸ 'ਚ ਕਰਾ ਦਾਂਗੇ, ਪਰ ਕਰਾਵਾਂਗੇ ਤਸੱਲੀ ਦੇ ਨਾਲ। ਤਾਂ ਇਹ ਵੀ ਉਸੇ ਤਰੀਕੇ ਨਾਲ 2 ਤੋਂ 3 ਪਾਰਟ ਦੇ ਵਿੱਚ ਹੀ ਚੈਪਟਰ ਕੰਪਲੀਟ ਹੋਏਗਾ। ਤੇ ਇਹ ਕਿਸ ਲੈਵਲ ਤੇ ਅਸੀਂ ਪੜ੍ਹਾਵਾਂਗੇ, ਕਿਸ ਹਿਸਾਬ ਨਾਲ ਸਾਡਾ ਕੰਟੈਂਟ ਡਿਲੀਵਰੀ ਹੋਊਗਾ, ਉਹ ਸਾਰਾ ਡੈਮੋ ਦੇ ਫਾਰਮ ਦੇ ਵਿੱਚ ਤੁਹਾਨੂੰ ਲੈਕਚਰ ਮਿਲਣਗੇ।
ਮਿਲਣਗੇ। ਜਿਹੜੇ ਵੀ ਚੈਪਟਰ ਨੂੰ ਪਾਵਾਂਗੇ ਡੈਮੋ ਦੇ ਵਿੱਚ ਉਹ ਫੁੱਲ ਫਲੈਜ ਕੰਪਲੀਟ ਚੈਪਟਰ ਪਊਗਾ। ਇਹ ਨਹੀਂ ਹੈਗਾ ਕਿ ਉਹਦਾ ਕੋਈ ਪਾਰਟ ਤੁਹਾਨੂੰ ਵੀਡੀਓ ਦੇ ਫਾਰਮ 'ਚ ਅਸੀਂ ਦਿਖਾ ਦਾਂਗੇ YouTube ਤੇ, ਨਹੀਂ। ਕੋਈ ਚੈਪਟਰ ਜਿਹੜਾ ਕਰਾਵਾਂਗੇ ਪੂਰਾ ਕੰਪਲੀਟ ਕਰਾਵਾਂਗੇ YouTube ਦੇ ਉੱਤੇ, ਤੇ ਉਹ ਕੰਪਲੀਟ ਚੈਪਟਰ ਨੂੰ ਤੁਸੀਂ ਯਾਨੀ ਕਿ ਐਜ਼ ਅ ਡੈਮੋ ਦੀ ਫਾਰਮ ਦੇ ਵਿੱਚ, ਜਿਹਨੂੰ ਲੱਗਦਾ ਹੋਊਗਾ ਕਿ ਸਾਡੇ ਪੜ੍ਹਾਉਣ ਦਾ ਸਟਾਈਲ ਠੀਕ ਹੈ, ਤੁਹਾਡੇ ਲਈ ਫਿੱਟ ਬੈਠ ਰਿਹਾ। ਦੇਖੋ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਦੇ ਲਈ ਹਰ ਇੱਕ ਦੇ ਪੜ੍ਹਾਉਣ ਦਾ ਤਰੀਕਾ ਸਹੀ ਬੈਠੇ। ਜਿਹਨੂੰ ਲੱਗੂਗਾ ਕਿ ਹਾਂ ਮੈਂ ਜਿਹੜੀ ਮੇਰੀ ਡ੍ਰੀਮ ਜੌਬ ਆ ਉਹਦੇ ਵਾਸਤੇ ਜਿਸ ਲੈਵਲ ਤੇ ਇਹ ਪੜ੍ਹਾ ਰਹੇ ਨੇ ਤੇ ਐਜ਼ ਵੈਲ ਐਜ਼ ਜਿਸ ਤਰੀਕੇ ਨਾਲ ਪੜ੍ਹਾ ਰਹੇ ਨੇ ਮੈਨੂੰ ਉੱਥੇ ਤੱਕ ਪਹੁੰਚਾ ਸਕਦੇ ਨੇ, ਤਾਂ ਤੁਸੀਂ ਸਾਡੇ ਇਸ ਕੋਰਸ ਨੂੰ ਪਰਚੇਜ਼ ਕਰ ਸਕਦੇ ਹੋ। ਹੋਰ ਤੁਹਾਡੀਆਂ ਕੋਈ ਕੁਐਰੀਜ਼ ਕੋਰਸ 'ਚ ਕੀ ਚੀਜ਼ਾਂ ਕੰਪਲੀਟ ਕੀਤੀਆਂ ਜਾਣਗੀਆਂ, ਕਿਹੜੀ ਚੀਜ਼ ਇਹਦੇ ਵਿੱਚ ਪਾਈ ਜਾਊਗੀ, ਉਹਨੂੰ ਲੈ ਕੇ ਜੋ ਵੀ ਕੁਐਰੀ ਹੋਊਗੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ। ਇਹ ਡਿਟੇਲ ਸੀ ਸਾਡੇ ਇਸ ਕੋਰਸ ਨੂੰ ਲੈ ਕੇ। ਹੁਣ ਮੈਂ ਸ਼ੁਰੂ ਹੁੰਨਾ ਆਪਣੇ ਅੱਜ ਦੇ ਪਹਿਲੇ ਚੈਪਟਰ ਤੋਂ, ਜਿਹਦਾ ਨਾਮ ਹੈਗਾ ਕੰਪਿਊਟਰ ਦਾ ਇਤਿਹਾਸ ਤੇ ਕੰਪਿਊਟਰ ਦੀਆਂ ਟਾਈਪਸ ਜਾਂ ਪ੍ਰਕਾਰ। ਕੰਪਿਊਟਰ ਦੀ ਜੇ ਆਪਾਂ ਗੱਲ ਕਰ ਲਈਏ, ਸਭ ਤੋਂ ਪਹਿਲਾਂ ਤਾਂ ਕੰਪਿਊਟਰ ਦੀ ਪਰਿਭਾਸ਼ਾ ਤੇ ਆਉਂਦੇ ਆ। ਜੇ ਕੰਪਿਊਟਰ ਨੂੰ ਡਿਫਾਈਨ ਕਰਨਾ ਹੋਵੇ, ਡੈਫੀਨੇਸ਼ਨ ਦੇਣੀ ਹੋਵੇ, ਕੰਪਿਊਟਰ ਹੁੰਦਾ ਕੀ ਹੈ ਅਸਲ ਦੇ ਵਿੱਚ, ਸਭ ਤੋਂ ਪਹਿਲਾਂ ਤਾਂ ਆਹ ਚੀਜ਼ ਮੈਨੂੰ ਦੱਸੋ। ਦੇਖੋ ਕੰਪਿਊਟਰ ਦੀ ਜੇ ਮੈਂ ਪਰਿਭਾਸ਼ਾ ਦੇਵਾਂ ਨਾ, ਕੰਪਿਊਟਰ ਇੱਕ ਇਹੋ ਜਿਹਾ ਡਿਵਾਈਸ ਹੈ, ਇਹੋ ਜਿਹਾ ਜੰਤਰ ਹੈ, ਤੁਸੀਂ ਜਿਹਨੂੰ ਕੋਈ ਇੱਕ ਹਦਾਇਤ ਦੋਗੇ, ਕਮਾਂਡ ਦੋਗੇ, ਇਨਸਟਰਕਸ਼ਨ ਦੋਗੇ, ਉਹ ਉਸ ਹਦਾਇਤ ਦੇ ਅਕੋਰਡਿੰਗਲੀ ਤੁਹਾਨੂੰ ਕੋਈ ਨਾ ਕੋਈ ਕੰਮ ਕਰਕੇ ਦੇ ਦੂਗਾ। ਤੁਸੀਂ ਕਿਸੇ ਵੀ ਮਸ਼ੀਨ ਨੂੰ, ਕਿਸੇ ਯੰਤਰ ਨੂੰ ਕੋਈ ਹਦਾਇਤ ਦਿੱਤੀ, ਉਹਨੇ ਉਹ ਹਦਾਇਤ ਸੁਣੀ ਤੇ ਹਦਾਇਤ ਦੇ ਮੁਤਾਬਕ ਕੰਮ ਕਰਕੇ ਦੇਤਾ, ਉਹਨੂੰ ਮੈਂ ਕੰਪਿਊਟਰ ਦੀ ਪਰਿਭਾਸ਼ਾ ਦੇ ਵਿੱਚ ਫਿੱਟ ਕਰ ਸਕਦਾ ਉਸ ਕਿਸੇ ਵੀ ਯੰਤਰ ਨੂੰ। ਆ ਤਾਂ ਇਹਦੀ ਹੋ ਗਈ ਡੈਫੀਨੇਸ਼ਨ। ਕੰਪਿਊਟਰ ਅੱਜ ਕੱਲ੍ਹ ਕੋਈ ਇਹੋ ਜਿਹੀ ਥਾਂ ਨਹੀਂ ਜਿੱਥੇ ਨਹੀਂ ਵਰਤਿਆ ਜਾਂਦਾ। ਕਾਰਨ ਕਈ ਨੇ। ਚੀਜ਼ਾਂ ਪੇਪਰ ਫ੍ਰੀ ਕੀਤੀਆਂ ਜਾ ਰਹੀਆਂ ਨੇ, ਚੀਜ਼ਾਂ ਨੂੰ ਲੰਬੇ ਸਮੇਂ ਤੱਕ ਅਸੀਂ ਸਟੋਰ ਕਰਕੇ ਰੱਖ ਸਕਦੇ ਹਾਂ। ਫਾਈਲਾਂ ਦਾ ਕੀ ਆ, ਫਾਈਲਾਂ ਤਾਂ ਹੁਣ ਮੀਂਹ ਕਣੀ ਦੇ ਮੌਸਮ 'ਚ ਖਰਾਬ ਵੀ ਹੋ ਸਕਦੀਆਂ ਨੇ, ਪਈਆਂ ਵੀ ਸਮੇਂ ਦੇ ਨਾਲ ਖਰਾਬ ਹੋ ਜਾਂਦੀਆਂ ਨੇ। ਇੱਕ ਬਹੁਤ ਸਾਰੇ ਡਾਟਾ ਨੂੰ ਦੂਜੀ ਜਗ੍ਹਾ ਤੇ ਟ੍ਰਾਂਸਫਰ ਕਰਨਾ ਹੈ, ਭੇਜਣਾ ਹੈ। ਪੈਨ ਡਰਾਈਵਾਂ, ਹਾਰਡ ਡਿਸਕਾਂ ਦੀ ਫਾਰਮ ਦੇ ਵਿੱਚ ਕਿੰਨਾ ਅਮਾਊਂਟ ਆਫ ਡਾਟਾ ਲੈ ਕੇ ਜਾਇਆ ਜਾ ਸਕਦਾ ਬੜੇ ਆਰਾਮ ਨਾਲ। ਨਹੀਂ ਇੱਥੇ ਫਿਰ ਅਸੀਂ ਟਰੱਕ ਭਰਦੇ ਫਿਰਾਂਗੇ ਫਾਈਲਾਂ ਨਾਲ, ਫੇਰ ਕਿਤੇ ਲੈ ਕੇ ਜਾਵਾਂਗੇ। ਦੇਖੋ ਫਾਇਦੇ ਤਾਂ ਹੈਗੇ ਹੀ ਨੇ, ਤਾਂ ਹੀ ਚੀਜ਼ ਮਸ਼ਹੂਰ ਹੋਈ ਆ ਦੁਨੀਆ ਦੇ ਵਿੱਚ। ਤਾਂ ਇਹ ਸਾਰੇ ਕਾਰਨ ਨੇ ਜਿਹਦੇ ਕਰਕੇ ਮੈਨੂੰ ਲੱਗਦਾ ਅੱਜ ਕੱਲ੍ਹ ਕੋਈ ਵੀ ਫੀਲਡ ਇਹੋ ਜਿਹਾ ਅਣਛੂਹਿਆ ਨਹੀਂ ਰਹਿ ਗਿਆ ਜਿੱਥੇ ਕੰਪਿਊਟਰ ਦੀ ਲੋੜ ਨਾ ਪੈਂਦੀ ਹੋਵੇ। ਤਾਂ ਹੀ ਤਾਂ ਹਰ ਪੇਪਰ ਦੇ ਵਿੱਚ ਤੁਹਾਨੂੰ ਕਹਿ ਦਿੰਦੇ ਨੇ ਜੀ ਕੰਪਿਊਟਰ ਦੇ 15-20 ਸਵਾਲ ਆਉਣਗੇ ਤੇ ਤੁਹਾਨੂੰ ਕਰਨਾ ਵੀ ਪਏਗਾ, ਚਾਹੇ ਕੋਈ ਕੰਪਿਊਟਰ ਫੀਲਡ ਨਾਲ ਤਾਲੁਕਾਤ ਰੱਖਦਾ ਹੈ ਚਾਹੇ ਨਹੀਂ ਰੱਖਦਾ। ਕੰਪਿਊਟਰ ਬਿਨਾ ਨਹੀਂ ਸਰਨਾ। ਲਓ ਜੀ ਅੱਗੇ ਆ ਜਾਓ। ਮੈਂ ਗੱਲ ਕਰਦਾ ਕੰਪਿਊਟਰ ਦੇ ਵਿਕਾਸ ਜਾਂ ਐਵੋਲੂਸ਼ਨ ਦੀ। ਕੰਪਿਊਟਰ ਬੜੀ ਤੇਜ਼ੀ ਨਾਲ ਵਧਿਆ, ਠੀਕ ਹੈ। ਮੈਨੂਅਲ ਜਿਹੜੇ ਐਰਰ ਹੁੰਦੇ ਨੇ, ਸਾਡੇ ਤੋਂ ਗਲਤੀਆਂ ਹੁੰਦੀਆਂ ਨੇ, ਉਹ ਸਾਰੀਆਂ ਚੀਜ਼ਾਂ ਨੂੰ ਕਵਰ ਅਪ ਕਰਦਾ ਕੰਪਿਊਟਰ, ਜਿਹਦੇ ਕਰਕੇ ਇਹਦੀ ਇੰਨੀ ਤੇਜ਼ੀ ਨਾਲ ਡਿਵੈਲਪਮੈਂਟ ਹੋਈ। ਹੁਣ ਜੇ ਮੈਂ ਗੱਲ ਕਰਾਂ ਇਹਦੇ ਡਿਵੈਲਪਮੈਂਟ ਦੀ ਵੀ ਇਹ ਕਿਵੇਂ ਹੋਣ ਦੇ ਵਿੱਚ ਆਇਆ, ਇਹਨੂੰ ਅਸੀਂ ਦੋ ਯੁੱਗਾਂ ਦੇ ਵਿੱਚ ਪੜ੍ਹਦੇ ਹਾਂ, ਦੋ ਏਰਾ 'ਚ ਪੜ੍ਹਦੇ ਹਾਂ। ਇੱਕ ਮੇਰੇ ਕੋਲੇ ਹੋ ਗਈ ਮਕੈਨੀਕਲ ਏਰਾ, ਜਿੱਥੇ ਮਕੈਨੀਕਲ ਫਾਰਮ ਦੇ ਵਿੱਚ ਹੀ ਕੰਪਿਊਟਰ ਬਣੇ ਜ਼ਿਆਦਾਤਰ। ਦੂਜੀ ਮੇਰੇ ਕੋਲੇ ਹੋ ਗਈ ਇਲੈਕਟ੍ਰੋਨਿਕ ਏਰਾ, ਜੋ ਅੱਜ ਵੀ ਚੱਲ ਰਹੀ ਹੈ, ਇਲੈਕਟ੍ਰੋਨਿਕ ਕੰਪਿਊਟਰ ਫਾਰਮ ਦੇ ਵਿੱਚ ਆਉਂਦੇ ਨੇ। ਮਕੈਨੀਕਲ ਏਰਾ 'ਚ ਕਈ ਤਰ੍ਹਾਂ ਦੇ ਵੱਖਰੇ ਕੰਪਿਊਟਰ ਬਣੇ, ਅਬੈਕਸ, ਪੈਸਕਲਾਈਨ, ਐਨਾਲਿਟੀਕਲ ਇੰਜਨ ਐਂਡ ਆਲ। ਹੁਣ ਇਹਨਾਂ ਨੂੰ ਇੱਕ ਇੱਕ ਕਰਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਆਉਂਦਾ ਅਬੈਕਸ। ਅਬੈਕਸ ਤੁਸੀਂ ਨੇ ਦੇਖਿਆ ਹੋ, ਘਰਾਂ 'ਚ ਜਵਾਕ ਵਰਤਦੇ ਨੇ ਅੱਜ ਦੀ ਡੇਟ ਦੇ ਵਿੱਚ, ਤਾਂ ਛੋਟੇ ਬੱਚੇ ਉਹੀ ਖੇਡਦੇ ਨੇ ਅਬੈਕਸ ਦੇ ਨਾਲ। ਉਹ ਉੱਥੇ ਜੋੜ ਕਰਨਾ ਸਿੱਖਦੇ ਨੇ, ਮਲਟੀਪਲੀਕੇਸ਼ਨ ਵੀ ਸਿੱਖ ਲੈਂਦੇ ਨੇ ਉਹਦੇ ਤੋਂ, ਠੀਕ ਹੈ। ਤਾਂ ਅਬੈਕਸ ਦੀ ਜੇ ਮੈਂ ਗੱਲ ਕਰਾਂ, ਅਬੈਕਸ ਲਗਭਗ 3000 BC ਦੇ ਅਰਾਊਂਡ ਮੈਸੋਪੋਟਾਮੀਅਨਸ ਇਰਾਕ ਦੇ ਲੋਕਾਂ ਨੂੰ ਬੋਲਿਆ ਜਾਂਦਾ। ਐਂਸ਼ੀਐਂਟ ਹਿਸਟਰੀ ਦੇ ਵਿੱਚ ਮੈਸੋਪੋਟਾਮੀਅਨਸ ਦਾ ਜ਼ਿਕਰ ਆਉਂਦਾ। ਇਰਾਕ ਦੇ ਲੋਕ ਮੈਸੋਪੋਟਾਮੀਅਨਸ ਕਹਾਉਂਦੇ ਸੀਗੇ। ਸਾਊਥ ਇਰਾਕ ਵਾਲਾ ਹਿੱਸਾ ਜ਼ਿਆਦਾਤਰ ਉਹਨੂੰ ਮੈਸੋਪੋਟਾਮੀਆ ਬੋਲਿਆ ਜਾਂਦਾ। ਉਹਨਾਂ ਨੇ ਮੰਨਿਆ ਜਾਂਦਾ ਕਿ ਇਹਦੀ ਖੋਜ ਕੀਤੀ ਸੀ ਅਬੈਕਸ ਦੀ। ਤੇ ਇਹਦੇ ਵਿੱਚ ਜੇ ਤੁਸੀਂ ਦੇਖੋਗੇ ਬੀਡਸ ਤੇ ਮੂਵੇਬਲ ਰੋਡਸ ਲੱਗੀਆਂ ਹੁੰਦੀਆਂ ਨੇ, ਜਿਵੇਂ ਆ ਤੁਸੀਂ ਦੇਖ ਸਕਦੇ ਹੋ, ਆ ਮਣਕੇ ਨੇ ਜਿਹੜੇ ਬੀਡਸ ਤੇ ਆ ਰੋਡਸ ਨੇ ਜਿਹਦੇ ਵਿੱਚ ਇਹ ਮਣਕੇ ਫਸੇ ਹੋਏ ਨੇ, ਠੀਕ ਹੈ। ਇਹਨਾਂ ਦੀ ਮੂਵਮੈਂਟ, ਇਹਨਾਂ ਦੀ ਪੋਜੀਸ਼ਨ ਬਦਲ ਕੇ ਹੀ ਅਸੀਂ ਕੈਲਕੂਲੇਸ਼ਨਾਂ ਕਰਦੇ ਹਾਂ। ਤਾਂ ਇਹਦੇ ਨਾਲ ਤੁਸੀਂ ਐਡੀਸ਼ਨ ਤੇ ਮਲਟੀਪਲੀਕੇਸ਼ਨ ਪਰਫਾਰਮ ਕਰ ਸਕਦੇ ਹੋ। ਮਲਟੀਪਲੀਕੇਸ਼ਨ ਐ ਨਹੀਂ ਹੈਗਾ ਕਿ 3 ਗੁਣਾ 2 6 ਹੋ ਜਾਊਗਾ। ਇਹ ਮਲਟੀਪਲੀਕੇਸ਼ਨ ਵੀ ਉਸ ਹਿਸਾਬ ਨਾਲ ਹੀ ਕਰਦਾ ਜਿਵੇਂ ਐਡੀਸ਼ਨ ਹੁੰਦੀ ਹੈ। ਹੁਣ ਜੇ ਤੁਸੀਂ ਕਹੋਗੇ ਜੀ 2 ਨੂੰ 3 ਨਾਲ ਗੁਣਾ ਕਰੋ, ਇਹਨੇ ਡਾਇਰੈਕਟ ਥੋੜੀ ਗੁਣਾ ਕਰਨੀ ਹੈ। ਇਹਨੇ 2 + 2 + 2 3 ਵਾਰ ਜੋੜ ਦੇਣਾ ਤੇ ਤੁਹਾਡੇ ਕੋਲੇ 6 ਕੱਢ ਕੇ ਦੇ ਦੇਣਾ। ਮਤਲਬ ਇਸ ਤਰੀਕੇ ਨਾਲ ਮਲਟੀਪਲੀਕੇਸ਼ਨ ਕਰਦਾ ਹੈ। ਹੁਣ ਚਾਈਨੀਜ਼ ਨੇ ਬਾਅਦ ਦੇ ਵਿੱਚ ਇਹਦੇ 'ਚ ਇੰਪਰੂਵਮੈਂਟ ਕਰਨ ਦੀ ਵੀ ਕੋਸ਼ਿਸ਼ ਕੀਤੀ, ਕੈਲਕੂਲੇਸ਼ਨਾਂ ਨੂੰ ਤੇਜ਼ ਕਰਿਆ ਜਾਵੇ, ਪਰ ਅੱਜ ਦੇ ਟਾਈਮ ਦੇ ਵਿੱਚ ਕੋਈ ਇਹਦੀ ਬਹੁਤੀ ਵੈਲਿਊ ਨਹੀਂ, ਬਿਕੋਜ਼ ਇਹ ਸਿਰਫ ਇੱਕ ਖਿਡੌਣਾ ਹੀ ਹੈ।
ਖਿਡੌਣਾ ਕਹ ਲਓ ਜਾਂ ਛੋਟੇ ਬੱਚਿਆਂ ਲਈ ਠੀਕ ਹੈ ਕਿ ਕੈਲਕੂਲੇਸ਼ਨਾਂ ਸਿੱਖ ਲੈਂਦੇ ਨੇ। ਇਹ ਪਹਿਲਾ ਡਿਵਾਈਸ ਸੀ। ਇਹਨੂੰ ਲੈ ਕੇ ਇੱਕ ਕਈ ਵਾਰ ਫੈਕਟ ਵੀ ਪੁੱਛਿਆ ਜਾਂਦਾ ਕਿ ਇਹਨੂੰ ਬਣਾਇਆ ਕਿਹਨੇ ਸੀ ਜਾਂ ਖੋਜ ਕ੍ਰੀਏਟਰ ਕੌਣ ਸੀ ਇਹਦਾ। ਇਹ ਤਾਂ ਕਹਿਤਾ ਕਿ ਮੈਸੋਪੋਟਾਮੀਅਨਸ ਲੈ ਕੇ ਆਏ ਸੀ, ਠੀਕ ਹੈ, ਪਰ ਕ੍ਰੀਏਟਰ ਦਾ ਨਾਮ ਯਾਦ ਰੱਖਿਓ। ਬੇਸਿਕਲੀ ਇਹਦਾ ਕ੍ਰੀਏਟਰ ਇਸ ਬੰਦੇ ਨੂੰ ਮੰਨਿਆ ਜਾਂਦਾ, ਨਾਮ ਸੀਗਾ ਟਿਮ ਕ੍ਰੈਨਮੈਰਿਨ। ਟਿਮ ਕ੍ਰੈਨਮੈਰਿਨ ਇਹਦਾ ਕ੍ਰੀਏਟਰ ਮੰਨਿਆ ਜਾਂਦਾ। ਇਸ ਵਾਰ ਇਸ ਕੋਰਸ ਦੇ ਵਿੱਚ ਤੁਸੀਂ ਇਹ ਵੀ ਦੇਖੋਗੇ ਕਿ ਹਰ ਉਸ ਫੈਕਟ ਨੂੰ ਛੂਹਿਆ ਜਾਊਗਾ ਜੋ ਛੋਟੇ ਤੋਂ ਛੋਟਾ ਫੈਕਟ ਪੇਪਰ ਦੇ ਵਿੱਚ ਆ ਸਕਦਾ ਜਾਂ ਪੇਪਰਾਂ 'ਚ ਪੁੱਛਿਆ ਜਾਂਦਾ। ਡਿਟੇਲਡ ਤਾਂ ਚੱਲੇਗੀ ਨਾਲ ਮੈਂ ਫੋਕਸ ਦੇ ਕੇ ਤੁਹਾਨੂੰ ਫੈਕਟ ਵੀ ਦੱਸਦਾ ਰਹੂੰਗਾ ਕਿ ਕਿਹੋ ਜਿਹੇ ਸਵਾਲ ਆ ਜਿਹੜੇ ਪੇਪਰ ਦੇ ਵਿੱਚ ਆਉਂਦੇ ਰਹਿੰਦੇ ਨੇ। ਅੱਗੇ ਆ ਗਿਆ ਦੂਜਾ ਜਿਹੜਾ ਡਿਵਾਈਸ ਸੀ, ਉਹ ਸੀਗੀ ਨੇਪੀਅਰ ਦੀਆਂ ਬੋਨਸ। ਆਹ ਦੇਖ ਸਕਦੇ ਹੋ 3 ਡਾਇਮੈਂਸ਼ਨਲ 3 ਆਯਾਮੀ ਬਣਤਰ ਜਿਹਦਾ ਇੱਕ ਡਿਵਾਈਸ ਸੀ। ਆਹ ਰੋਡ ਦੇ ਉੱਤੇ 0 ਤੋਂ ਲੈ ਕੇ 9 ਤੱਕ ਨੰਬਰ ਲਿਖਿਆ ਹੁੰਦਾ ਸੀ। ਇਹ ਪੇਪਰ ਸਵਾਲ ਪੁੱਛਦਾ ਹੈ ਕਿ ਕਿਹੜਾ ਡਿਵਾਈਸ ਸੀ ਜਾਂ ਯੰਤਰ ਸੀ, ਕਿਹਦਾ ਸੀ ਜਿਹਦੇ ਵਿੱਚ ਰੋਡਸ ਤੇ ਬੋਰਡ ਯੂਜ਼ ਕੀਤੇ ਗਏ ਤੇ ਉਹਤੇ 0 ਤੋਂ ਲੈ ਕੇ 9 ਤੱਕ ਨੰਬਰ ਲਿਖਿਆ ਹੋਇਆ ਸੀਗਾ। ਤਾਂ ਧਿਆਨ 'ਚ ਰੱਖਿਓ ਇਹ ਕਿਹਦਾ ਡਿਵਾਈਸ ਹੋ ਗਿਆ, ਨੇਪੀਅਰ ਦੀਆਂ ਰੋਡਸ ਹੋ ਗਈਆਂ। ਜੌਨ ਨੇਪੀਅਰ ਨਾਮ ਦਾ ਸਾਇੰਟਿਸਟ ਸੀ, 1617 ਦੇ ਵਿੱਚ ਇਹਨੂੰ ਬਣਾਉਂਦਾ ਹੈ, ਠੀਕ ਹੈ। ਇਹਦੇ ਤੇ ਨੰਬਰ 0 ਤੋਂ 9 ਤੱਕ ਲਿਖਿਆ ਹੁੰਦਾ ਸੀ। ਖਾਸ ਗੱਲ ਇਹ ਹੈ ਕਿ ਕਰਦਾ ਕੀ ਸੀ, ਇਹ ਮਲਟੀਪਲੀਕੇਸ਼ਨ ਕਰਦਾ ਸੀ, ਗੁਣਾ ਪਰਫਾਰਮ ਕਰਦਾ ਸੀ। ਆਹ ਚੀਜ਼ ਬਹੁਤ ਇੰਪੋਰਟੈਂਟ ਹੈ। ਜਦੋਂ ਕੱਲੇ ਨੂੰ ਪੜ੍ਹ ਰਹੇ ਆ ਨਾ, ਕੋਈ ਤੁਹਾਡੇ ਕੋਲੇ ਇਕੱਲਾ ਜੋੜ ਕਰਕੇ ਦਊਗਾ, ਕੋਈ ਘਟਾਓ ਵੀ ਕਰ ਦੂਗਾ, ਕੋਈ ਇਕੱਲੀ ਗੁਣਾ ਕਰੂਗਾ, ਤਾਂ ਇਹਨੂੰ ਖਾਸ ਤੌਰ ਤੇ ਨੋਟ ਕਰਿਓ ਕਿ ਕਿਹੜਾ ਕੀ ਪਰਫਾਰਮ ਕਰ ਰਿਹਾ। ਤੇ ਇਹਦੀ ਤਕਨੀਕ, ਜਿਹੜੀ ਤਕਨੀਕ ਇਹਦੇ ਵਿੱਚ ਵਰਤੀ ਜਾਂਦੀ ਸੀ ਕੈਲਕੂਲੇਸ਼ਨਾਂ ਕਰਨ ਵਾਸਤੇ ਰੋਡਸ ਤੇ ਬੋਰਡ ਵਾਲੀ, ਉਹਨੂੰ ਇੱਕ ਸਪੈਸ਼ਲ ਨਾਮ ਦਿੱਤਾ ਗਿਆ ਸੀ। ਉਹ ਨਾਮ ਕੀ ਸੀ ਸਾਡੇ ਕੋਲੇ, ਉਹ ਨਾਮ ਸੀਗਾ ਰੈਪਡੋਲਗੀਆ। ਆਹ ਇੰਪੋਰਟੈਂਟ ਹੈ, ਨੋਟ ਕਰ ਲਿਓ ਕਿ ਟੈਕਨੀਕ ਕਿਹੜੇ ਯੰਤਰ 'ਚ ਵਰਤੀ ਗਈ ਸੀਗੀ। ਤਾਂ ਤੁਹਾਨੂੰ ਧਿਆਨ ਦੇ ਵਿੱਚ ਰਵੇ ਕਿ ਨੇਪੀਅਰ ਦੀ ਬੋਨਸ ਦੇ ਵਿੱਚ ਰੈਪਡੋਲਗੀਆ ਨਾਮ ਦੀ ਤਕਨੀਕ ਸੀ ਜਿਹੜੀ ਵਰਤੀ ਜਾਂਦੀ ਸੀ ਕੈਲਕੂਲੇਸ਼ਨਾਂ ਕਰਨ ਵਾਸਤੇ। ਤੀਸਰਾ ਜਿਹੜਾ ਡਿਵਾਈਸ ਬਣਦਾਗਾ ਉਹ ਸੀਗੀ ਪੈਸਕੇਲਾਈਨ ਦੀ ਮਸ਼ੀਨ। ਪੈਸਕੇਲਾਈਨ ਆ ਤੁਸੀਂ ਦੇਖ ਸਕਦੇ ਹੋ, ਇੱਕ ਮਕੈਨੀਕਲ ਜੀ ਮਸ਼ੀਨ ਸੀਗੀ। ਆ ਜਿਵੇਂ ਤੁਹਾਡੇ ਸਾਹਮਣੇ ਆ, ਥੋੜੀ ਜੀ ਇਮੇਜ ਥੋੜੀ ਜੀ ਬਲਰਡ ਹੋ ਗਈ ਉਹਦੇ ਕਰਕੇ, ਪਰ ਤੁਸੀਂ ਗੂਗਲ ਤੇ ਵੀ ਸਰਚ ਕਰੋਗੇ ਤਾਂ ਤੁਹਾਨੂੰ ਦਿਖ ਜੂਗੀ, ਪਰ ਫਿਰ ਵੀ ਨਜ਼ਰ ਤਾਂ ਆ ਹੀ ਰਹੀ ਹੈ ਕਿ ਕਿਹੋ ਜੀ ਦੇਖਣ ਦੇ ਵਿੱਚ ਸੀਗੀ। ਫਰਾਂਸ ਦਾ ਇੱਕ ਮੈਥਮੈਟੀਸ਼ੀਅਨ ਸੀ, ਗਣਿਤ ਦਾ ਸ਼ਾਸਤਰੀ ਸੀ, ਜਿਹਨੇ 1642 ਦੇ ਵਿੱਚ ਇਹ ਕੈਡਿੰਗ ਮਸ਼ੀਨ ਬਣਾਈ ਸੀਗੀ। ਇਹਦੇ ਵਿੱਚ ਗੇਅਰ ਲੱਗੇ ਹੋਏ ਸੀ, ਜਿਵੇਂ ਸਾਡੇ ਗੇਅਰ ਹੁੰਦੇ ਨੇ ਨਾ, ਗਰਾਰੀ ਹੁੰਦੀ ਹੈ ਕਿ ਗਰਾਰੀ ਘੁੰਮਦੀ ਹੈ ਤੇ ਉਹ ਘੁੰਮਣ ਦੇ ਨਾਲ ਅੱਗੇ ਕੈਲਕੂਲੇਸ਼ਨ ਹੁੰਦੀ ਹੈ, ਤੁਸੀਂ ਕਹਿ ਲਓ ਉਵੇਂ ਗੇਅਰ ਲੱਗੇ ਹੋਏ ਸੀ ਤੇ ਬੜੀ ਤੇਜ਼ੀ ਨਾਲ ਜੋੜ ਕਰ ਦਿੰਦਾ ਸੀ ਨੰਬਰਾਂ ਦਾ। ਇਹਦੀ ਖਾਸੀਅਤ ਇਹ ਸੀ ਕਿ ਇਹਦੀ ਸਪੀਡ ਜ਼ਿਆਦਾ ਸੀ ਐਡੀਸ਼ਨ ਕਰਨ ਦੇ ਵਿੱਚ। ਤੇ ਸਭ ਤੋਂ ਇੰਪੋਰਟੈਂਟ ਪੁਆਇੰਟ ਇੱਥੇ ਬਣਦਾ ਇਹਦੇ ਵਿੱਚ, ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ, ਪੇਪਰ 'ਚ ਵੀ ਪੁੱਛਿਆ ਜਾਂਦਾ ਕਿ ਕਿਹੜੀ ਮਸ਼ੀਨ ਸੀ ਜਿਹੜੀ ਐਡੀਸ਼ਨ ਤੇ ਸਬਟ੍ਰੈਕਸ਼ਨ ਪਹਿਲੀ ਵਾਰ ਕਰ ਪਾਈ ਸੀ ਵਿਦ ਕੈਰੀ ਟ੍ਰਾਂਸਫਰ ਕੈਪੇਬਿਲਿਟੀ। ਮਤਲਬ ਕਿ ਹਸਲ ਨੂੰ ਵੀ ਵਿੱਚ ਜੋੜ ਘਟਾਓ ਕਰ ਦਿੰਦੀ ਸੀ। ਮਤਲਬ ਜਿਵੇਂ ਮੈਂ ਕਹਾਂ ਕਿ ਮੈਂ 2 ਨੰਬਰ ਜੋੜਨੇ ਨੇ, ਜਿਵੇਂ ਮੈਂ ਜੋੜਦੇ ਨੇ 28 ਤੇ 23। ਹੁਣ ਤੱਕ ਜਿਹੜੀਆਂ ਮਸ਼ੀਨਾਂ ਸੀ ਉਹ ਹਸਲ ਨਹੀਂ ਜੋੜਦੀਆਂ ਸੀ। ਇਹਨੇ 8 ਤੇ 3 11 ਹੁੰਦੇ ਆ, ਇੱਕ ਹਸਲ ਆ ਗਿਆ, ਇਹ ਹਸਲ ਵੀ ਵਿੱਚ ਜੋੜ ਕੇ ਮੇਰੇ ਕੋਲੇ 51 ਹੀ ਆਨਸਰ ਕੱਢ ਕੇ ਦਿੰਦੀ ਸੀ। ਦੂਜੀਆਂ ਮਸ਼ੀਨਾਂ ਨੇ ਤਾਂ ਆਨਸਰ 41 ਕੱਢ ਕੇ ਦੇਣਾ ਸੀ, ਕਿਉਂਕਿ ਉਹਨਾਂ ਨੇ ਹਸਲ ਜਿਹੜਾ ਕੈਰੀ ਸੀ ਉਸ ਚੀਜ਼ ਨੂੰ ਵਿੱਚ ਜੋੜਦੇ ਹੀ ਨਹੀਂ ਸੀ। ਤਾਂ ਇਹਦੀ ਇੱਕ ਖਾਸੀਅਤ ਸੀ, ਮੇਨ ਪੁਆਇੰਟ ਸੀ ਜਿਹੜਾ ਇਹਦੇ ਵਿੱਚ ਸੁਧਾਰ ਹੋਇਆ ਇਸ ਮਸ਼ੀਨ ਦੇ ਵਿੱਚ। ਜਿਵੇਂ ਤੁਹਾਡਾ ਘੜੀ ਕੰਮ ਕਰਦੀ ਹੈ ਨਾ, ਘੜੀਆਂ ਦੇ ਵਿੱਚ ਵੀ ਤਾਂ ਪਿੱਛੇ ਤੁਸੀਂ ਦੇਖੋਗੇ ਗੋਲ ਜਿਹੀਆਂ ਗਰਾਰੀਆਂ ਲੱਗੀਆਂ ਹੁੰਦੀਆਂ ਨੇ, ਉਹ ਗਰਾਰੀਆਂ ਜਿਵੇਂ ਘੁੰਮਦੀਆਂ ਨੇ, ਮੂਵ ਕਰਦੀਆਂ ਨੇ, ਉਹੇ ਜੇ ਪ੍ਰਿੰਸੀਪਲ ਦੇ ਉੱਤੇ ਹੀ ਇਹ ਕੰਮ ਕਰਦਾ ਸੀਗਾ। ਇਹਦੇ ਵਿੱਚ ਵੀ ਜਿਹੜੇ ਉਹ ਵੀਲ ਜੇ ਲੱਗੇ ਹੋਏ ਨੇ ਨਾ, ਜੇ ਤੁਸੀਂ ਦੇਖੋਗੇ ਆ ਫੋਟੋ 'ਚ ਆ ਵੀਲਸ, ਇਹ ਇਸੇ ਤਰੀਕੇ ਨਾਲ ਹੀ ਘੁੰਮਦੇ ਸੀ ਗਰਾਰੀਆਂ ਦੀ ਫਾਰਮ ਦੇ ਵਿੱਚ। ਤਾਂ ਇਹ ਇਹਦੀ ਟੈਕਨੀਕ ਸੀ ਕੰਮ ਕਰਨ ਦੀ ਕਿ ਕਿਵੇਂ ਟੈਕਨੀਕ, ਕਿਸ ਟੈਕਨੀਕ ਦੇ ਤਹਿਤ ਇਹ ਕੰਮ ਕਰਦਾ ਸੀ। ਵੀਲਸ ਘੁੰਮਦੇ ਸੀ ਤੇ ਉਸ ਹਿਸਾਬ ਨਾਲ ਕੰਮ ਹੁੰਦਾ ਸੀ। ਉਸ ਤੋਂ ਬਾਅਦ ਜਿਹੜੀ ਹਿਸਟਰੀ ਦੇ ਵਿੱਚ ਬੜੀ ਮਸ਼ਹੂਰ ਇੱਕ ਮਸ਼ੀਨ ਬਣਦੀ ਹੈ ਜਿਹਦਾ ਨਾਮ ਸੀਗਾ ਜੈਕਵਾਰਡ ਲੂਮ। ਆ ਤੁਸੀਂ ਦੇਖ ਸਕਦੇ ਹੋ, ਇਹਨੇ ਬੜੀ ਕ੍ਰਾਂਤੀ ਲੈ ਕੇ ਆਂਦੀ। ਜਦੋਂ ਆਪਣੇ ਕੋਲੇ ਯੁੱਗ ਸੀਗਾ ਇੰਡਸਟਰੀਅਲ ਰੈਵੋਲੂਸ਼ਨ ਦਾ, ਇੰਡਸਟਰੀਅਲ ਰੈਵੋਲੂਸ਼ਨ ਦੇ ਯੁੱਗ ਦੇ ਵਿੱਚ ਇਹਦਾ ਬੜਾ ਵੱਡਾ ਯੋਗਦਾਨ ਸੀਗਾ। ਇਹਨੂੰ ਬਣਾਉਣ ਵਾਲਾ ਜਿਹੜਾ ਸਾਇੰਟਿਸਟ ਸੀਗਾ, ਨਾਮ ਸੀਗਾ ਯੋਸਫ ਮੈਰੀ ਜੈਕਵਾਰਡ। ਫਰਾਂਸ ਦਾ ਸੀ, 1801 ਦੇ ਵਿੱਚ ਬਣਾਉਂਦਾ ਹੈ। ਮੇਨਲੀ ਇਹ ਬੁਣਨ ਦੇ ਕੰਮ ਸੀਗਾ। ਤੁਸੀਂ ਦੇਖ ਹੀ ਸਕਦੇ ਹੋ ਕਿ ਟੈਕਸਟਾਈਲ ਨੂੰ ਜਿਹੜਾ ਕੱਪੜਾ ਸਾਡੇ ਕੋਲੇ ਉਹ ਬੁਣਨ ਦੇ ਕੰਮ ਆਉਂਦੀ ਸੀ। ਤੇ ਇਹ ਪੰਚ ਕਾਰਡ ਦੇ ਆਪਰੇਸ਼ਨ ਦੇ ਤਹਿਤ ਯਾਨੀ ਕਿ ਕੰਮ ਕਰਦੀ ਸੀ। ਇਹ ਇੰਪੋਰਟੈਂਟ ਪੁਆਇੰਟ ਹੋ ਸਕਦਾ ਕਿ ਇਹਦਾ ਪ੍ਰਿੰਸੀਪਲ ਕੀ ਸੀ, ਕਿਹੜੇ ਪ੍ਰਿੰਸੀਪਲ ਦੇ ਤਹਿਤ ਕੰਮ ਕਰਦੀ ਸੀ। ਤਾਂ ਕੰਮ ਕਰਦੀ ਸੀ ਪੰਚ ਕਾਰਡ ਆਪਰੇਸ਼ਨ ਦੇ ਤਹਿਤ। ਪੰਚ ਕਾਰਡ ਕੀ ਹੁੰਦਾ, ਜਿਵੇਂ
ਕਿਸੇ ਚੀਜ਼ ਨੂੰ ਕਿਸੇ ਚੀਜ਼ ਦੇ ਉੱਪਰ ਮਾਰ ਕੇ ਛਾਪਿਆ ਜਾਂਦਾ ਪੰਚ ਕਾਰਡ ਦੀ ਫਾਰਮ ਦੇ ਵਿੱਚ। ਅੱਗੇ ਵੀ ਇਹਦਾ ਜ਼ਿਕਰ ਆਊਗਾ, ਕਈ ਪ੍ਰਿੰਟਰ ਨੇ ਜਿਹੜੇ ਪੰਚ ਕਾਰਡ ਫਾਰਮ ਦੇ ਵਿੱਚ ਪਹਿਲਾਂ ਸ਼ੁਰੂ 'ਚ ਬਣੇ ਸੀ ਕਿ ਪੇਜ ਦੇ ਉੱਪਰ ਉਹ ਐਵੇਂ ਵੱਜਦੇ ਸੀ, ਜਿਵੇਂ ਦੂਰ ਨਾ ਜਾਓ ਆਪਣੇ ਕੋਲੇ ਉਹ ਟਾਈਪਰਾਈਟਰ ਹੁੰਦਾ, ਜਦੋਂ ਤੁਸੀਂ ਉਂਗਲ ਮਾਰਦੇ ਹੋ ਥੱਲੇ ਵੱਜਦਾ, ਜ਼ੋਰ ਦੀ ਪੰਚ ਕਾਰਡ ਸਟ੍ਰਾਈਕ ਕਰਦਾ ਹੈ, ਕਰਨ ਤੋਂ ਬਾਅਦ ਉਹਦੇ ਉੱਤੇ ਛਪਦਾ, ਉਵੇਂ ਦੀ ਟੈਕਨੋਲੋਜੀ ਤੁਸੀਂ ਜੋੜ ਸਕਦੇ ਹੋ, ਕਹਿ ਸਕਦੇ ਹੋ। ਠੀਕ ਹੈ, ਇਹਨੇ ਬੜਾ ਸੌਖਾ ਕਰਤਾ ਸੀ ਟੈਕਸਟਾਈਲ ਇੰਡਸਟਰੀ ਦਾ ਕੰਮ। ਹੁਣ ਟੈਕਸਟਾਈਲ ਹੱਥ ਨਾਲ ਬੁਣਨ ਦੀ ਲੋੜ ਨਹੀਂ। ਤੇ ਬਾਕੀ ਗੱਲ ਇਹ 'ਚ ਖਾਸੀਅਤ ਇਹ ਸੀ ਕਿ ਇਹਦੇ 'ਚ ਸਟੋਰ ਦੀ ਵੀ ਕੈਪੇਬਿਲਿਟੀ ਸੀ, ਇਹ ਸਟੋਰ ਕਰ ਪਾਉਂਦੀ ਸੀ। ਇਹ ਪੁਆਇੰਟ ਵੀ ਨੋਟ ਰੱਖਿਓ ਕਿ ਸਟੋਰ ਆਪਦੇ ਵਿੱਚ ਜਮ੍ਹਾਂ ਕਰ ਸਕਦੀ ਸੀ ਕੋਈ ਵੀ ਪ੍ਰਿੰਸੀਪਲ ਜਿਹੜਾ ਇੱਕ ਤੁਸੀਂ ਪਾ ਦਿੰਦੇ ਸੀ, ਉਸ ਤੋਂ ਬਾਅਦ ਉਹਦੇ ਤਹਿਤ ਹੀ ਪ੍ਰੋਗਰਾਮ ਦੇ ਤਹਿਤ ਇਹ ਕੰਮ ਕਰਦੀ ਰਹਿੰਦੀ ਸੀ ਮਸ਼ੀਨ ਆਪਣੇ ਆਪ। ਤਾਂ ਇਹ ਇੱਕ ਬੜੀ ਇੰਪੋਰਟੈਂਟ ਖੋਜ ਹੁੰਦੀ ਆ ਉਸ ਦੌਰ ਦੇ ਵਿੱਚ, ਤੇ ਇਹਨੂੰ ਵੀ ਧਿਆਨ ਦੇ ਵਿੱਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਖੋਜ ਹੁੰਦੀ ਹੈ ਜਿਹਨੂੰ ਅਸੀਂ ਮੰਨਦੇ ਹਾਂ ਕਿ ਉਹ ਅੱਜ ਦੀ ਕੰਪਿਊਟਰ ਜਿਹੜੇ ਅੱਜ ਦੇ ਹੈਗੇ ਨੇ ਉਹਨਾਂ ਦਾ ਬੇਸ ਹੈ। ਫਿਰ ਬਣਦੇ ਨੇ ਡਿਫਰੈਂਸ ਇੰਜਨ ਤੇ ਐਨਾਲਿਟੀਕਲ ਇੰਜਨ। ਬਣਾਉਣ ਵਾਲੇ ਬੰਦੇ ਦਾ ਨਾਮ ਸੀਗਾ ਚਾਰਲਸ ਬੈਬੇਜ। ਚਾਰਲਸ ਬੈਬੇਜ 1822 ਦੇ ਵਿੱਚ ਸਭ ਤੋਂ ਪਹਿਲਾਂ ਡਿਫਰੈਂਸ ਇੰਜਨ ਬਣਾਉਂਦਾ ਹੈ। ਠੀਕ ਹੈ, ਦੇਖਣ ਨੂੰ ਫੋਟੋ ਤੁਹਾਨੂੰ ਮੈਂ ਦਿਖਾਉਣਾ, ਆਹ ਡਿਫਰੈਂਸ ਇੰਜਨ ਦੀ ਫੋਟੋ ਹੈ, ਆਹ ਮੇਰੇ ਕੋਲੇ ਐਨਾਲਿਟੀਕਲ ਇੰਜਨ ਦੀ ਫੋਟੋ ਹੈ। ਖਾਸੀਅਤ ਕੀ ਸੀ ਇਹਦੇ ਬਣਾਏ ਹੋਏ ਇਹ ਡਿਫਰੈਂਸ ਇੰਜਨ ਜਾਂ ਐਨਾਲਿਟੀਕਲ ਇੰਜਨ ਦੀ? ਖਾਸੀਅਤ ਇਹ ਸੀ ਕਿ ਹੁਣ ਤੱਕ ਤੁਸੀਂ ਦੇਖਿਆ ਕਿ ਜਾਂ ਤਾਂ ਐਡੀਸ਼ਨ ਕਰ ਪਾਏ ਜਾਂ ਸਬਟਰੈਕਸ਼ਨ ਕਰ ਪਾਏ, ਕੁਝ ਕੁ ਮਲਟੀਪਲੀਕੇਸ਼ਨ ਕਰ ਪਾਏ, ਪਰ ਇਸ ਬੰਦੇ ਨੇ ਮੈਥਮੈਟੀਕਲ ਫੰਕਸ਼ਨ ਜਿਵੇਂ ਪੋਲੀਨੋਮੀਅਲ ਵਰਗੇ ਫੰਕਸ਼ਨ ਜਾਂ ਡਿਫਰੈਂਸ਼ੀਅਲ ਇਕੁਏਸ਼ਨ ਵਰਗੀਆਂ ਚੀਜ਼ਾਂ ਸੋਲਵ ਹੋਣ ਲਾਤੀਆਂ। ਤਾਂ ਆਪਣੇ ਆਪ ਦੇ ਵਿੱਚ ਇੱਕ ਕਾਫੀ ਵੱਡੀ ਕ੍ਰਾਂਤੀ ਲੈ ਕੇ ਆਇਆ, ਕਿਉਂਕਿ ਉਹ ਤਾਂ ਨਾਰਮਲ ਅਰਿਥਮੈਟਿਕ ਆਪਰੇਸ਼ਨਸ ਨੇ, ਜੋੜ ਘਟਾਓ ਵਗੈਰਾ, ਤਾਂ ਇਹ ਤਾਂ ਅੱਗੇ ਡੂੰਘਾਈ ਤੱਕ ਮੈਥਮੈਟੀਕਲ ਦੇ ਚੀਜ਼ਾਂ ਨੂੰ ਲੈ ਗਿਆ ਜਿਹੜੀਆਂ ਇਹਦੀ ਮਸ਼ੀਨ ਪਰਫਾਰਮ ਕਰ ਪਾਉਂਦੀ ਸੀਗੀ। ਤੇ ਹੋਰ ਦੂਸਰੀ ਗੱਲ ਇਹਦੇ ਵਿੱਚ ਇਹ ਸੀ ਕਿ ਇਹਨੂੰ ਇੱਕ ਕੁਐਸਚਨ ਪੁੱਛਿਆ ਜਾਂਦਾ ਪੇਪਰ ਦੇ ਵਿੱਚ, ਹੁਣ ਤੁਸੀਂ ਧਿਆਨ ਦਿਓ, ਦੋ ਕੁਐਸਚਨ ਨੇ ਜਿਹੜੇ ਬਣਦੇ ਨੇ, ਦੋਨਾਂ ਨੂੰ ਧਿਆਨ ਨਾਲ ਸੁਣਿਓ। ਇੱਕ ਤੁਹਾਨੂੰ ਪੁੱਛਣਗੇ ਕਿ ਕੰਪਿਊਟਰ ਦਾ ਫਾਦਰ ਕਿਹਨੂੰ ਮੰਨਿਆ ਜਾਂਦਾ? ਫਾਦਰ ਆਫ ਕੰਪਿਊਟਰ। ਤਾਂ ਫਾਦਰ ਆਫ ਕੰਪਿਊਟਰ ਦਾ ਤੁਹਾਡੇ ਕੋਲੇ ਇਹੀ ਬੰਦਾ ਹੈ, ਨਾਮ ਕੀ ਆ? ਚਾਰਲਸ ਬੈਬੇਜ। ਇਹਨੂੰ ਮੰਨਦੇ ਆ ਫਾਦਰ ਆਫ ਕੰਪਿਊਟਰ। ਦੂਜਾ ਕੁਐਸਚਨ ਪੁੱਛਿਆ ਜਾਂਦਾ ਕਿ ਫਾਦਰ ਆਫ ਮਾਡਰਨ ਕੰਪਿਊਟਰ ਕਿਹਨੂੰ ਮੰਨਿਆ ਜਾਂਦਾ? ਆਧੁਨਿਕ ਜਿਹੜਾ ਕੰਪਿਊਟਰ ਹੈ ਉਹਦਾ ਪਿਤਾਮਾ ਕਿਹਨੂੰ ਕਿਹਾ ਜਾਂਦਾ? ਤਾਂ ਉਹਦਾ ਨਾਮ ਬੰਦੇ ਦਾ ਹੈਗਾ ਐਲਨ ਟਿਊਰਿੰਗ। ਐਲਨ ਟਿਊਰਿੰਗ। ਤਾਂ ਆਹ ਨਾਮ ਵੀ ਯਾਦ ਰੱਖਿਓ, ਕਿਉਂਕਿ ਇਹ ਸਵਾਲ ਪੇਪਰ 'ਚ ਕਨਫਿਊਜ਼ ਕਰਦਾ ਤੇ ਪੇਪਰ 'ਚ ਬਹੁਤ ਵਾਰ ਆਉਂਦਾ। ਮੈਂ ਉਮੀਦ ਕਰਦਾ ਦੋਨੋਂ ਸਵਾਲ ਕਲੀਅਰ ਹੋ ਗਏ ਹੋਣਗੇ। ਤੀਜਾ ਕੁਐਸਚਨ ਪੁੱਛਿਆ ਜਾਂਦਾ ਕਿ ਐਨਾਲਿਟੀਕਲ ਇੰਜਨ ਕਿਹਨੇ ਬਣਾਇਆ ਸੀ, ਜਾਂ ਫਿਰ ਤੁਹਾਡੇ ਕੋਲੇ ਡਿਫਰੈਂਸ ਇੰਜਨ ਕਿਹਨੇ ਬਣਾਇਆ ਸੀ? ਤਾਂ ਨਾਮ ਯਾਦ ਰਵੇ, ਚਾਰਲਸ ਬੈਬੇਜ ਨੇ ਬਣਾਇਆ ਸੀ। ਆ ਤਿੰਨੇ ਚਾਰੇ ਸਵਾਲ ਇੱਥੇ ਤੁਹਾਡੇ ਫਿੱਟ ਹੋ ਜਾਣ ਦਿਮਾਗ ਦੇ ਵਿੱਚ, ਕਿਉਂਕਿ ਇਹ ਸਵਾਲ ਅਕਸਰ ਪੇਪਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ। ਦੇਖੋ, ਇਹ ਮਸ਼ੀਨਾਂ ਦੀ ਖਾਸੀਅਤ ਇਹੀ ਸੀ ਕਿ ਐਡੀਸ਼ਨ ਸਬਟਰੈਕਸ਼ਨ ਸਭ ਕੁਝ ਕਰਦੀਆਂ ਸੀਗੀਆਂ, ਪਰ ਸਭ ਤੋਂ ਮੇਨ ਕਨਸੈਪਟ ਜਿਹਦੇ ਕਰਕੇ ਇਹਨੂੰ ਬੇਸ ਮੰਨਿਆ ਗਿਆ ਉਹ ਆ ਸੀ। ਇਹਦੇ ਵਿੱਚ ਇੱਕ ਪ੍ਰੋਸੈਸਰ, ਇੱਕ ਮੈਮਰੀ ਸਟੋਰੇਜ ਵਾਸਤੇ, ਇਨਪੁਟ ਆਊਟਪੁੱਟ ਜੰਤਰ, ਠੀਕ ਹੈ, ਇਹ ਸਾਰੇ ਡਿਵਾਈਸ ਵਰਤੇ ਗਏ। ਤੇ ਜੇ ਮੈਂ ਗੱਲ ਕਰਾਂ ਅੱਜ ਦਾ ਸਾਡਾ ਜਿਹੜਾ ਕੰਪਿਊਟਰ ਅਸੀਂ ਬਣਾਉਂਦੇ ਆ ਉਹਦੀ ਸਟਰਕਚਰ, ਆਪਾਂ ਇਸੇ ਚੈਪਟਰ 'ਚ ਪੜਾਂਗੇ ਕਿ ਕੀ ਲੱਗਿਆ ਹੁੰਦਾ ਉਹਦੇ ਵਿੱਚ, ਬੇਸਿਕ ਵੱਡੇ ਬਲੌਕ ਡਾਇਗਰਾਮ ਕੀ ਹੁੰਦੇ ਨੇ। ਅੰਦਰ ਤਾਂ ਆਪਾਂ ਕੰਪਿਊਟਰ ਆਰਕੀਟੈਕਚਰ ਵਾਲੇ ਚੈਪਟਰ 'ਚ ਜਾਵਾਂਗੇ ਕਿ ਅੰਦਰ ਕੀ ਚੀਜ਼ਾਂ ਨੇ ਉਹਦੇ, ਪਰ ਮੋਟਾ ਇਹਦੇ 'ਚ ਹੀ ਪੜ੍ਹ ਲਾਂਗੇ ਕਿ ਕੀ ਲੱਗਿਆ ਹੁੰਦਾ ਉਹਦੇ ਵਿੱਚ। ਆਹੀ ਚੀਜ਼ਾਂ ਤਾਂ ਉਹ 'ਚ ਹੁੰਦੀਆਂ ਨੇ। ਵਿਚਾਲੇ ਪ੍ਰੋਸੈਸਰ ਹੈ, ਇੱਕ ਮੈਮਰੀ ਲੱਗੀ ਹੁੰਦੀ ਹੈ ਰੈਮ ਰੋਮ ਦੀ ਫਾਰਮ ਦੇ ਵਿੱਚ, ਬਾਹਰ ਇਨਪੁਟ ਆਊਟਪੁੱਟ ਡਿਵਾਈਸ ਜਿਵੇਂ ਕੀਬੋਰਡ ਜੋੜ ਲਿਆ, ਮਾਊਸ ਜੋੜ ਲਿਆ, ਇਹ ਚੀਜ਼ਾਂ ਅਸੀਂ ਜੋੜ ਪਾਉਂਦੇ ਆ। ਇਹ ਚੀਜ਼ ਦਾ ਕਨਸੈਪਟ ਇਹਦੇ ਵਿੱਚ ਵਰਤਿਆ ਇਹਨੇ ਐਨਾਲਿਟੀਕਲ ਇੰਜਨ ਦੇ ਵਿੱਚ, ਤੇ ਇਸੇ ਕਰਕੇ ਆਹੀ ਚੀਜ਼ਾਂ ਅੱਜ ਦੇ ਕੰਪਿਊਟਰ 'ਚ ਵਰਤਦੇ ਆ। ਤਾਂ ਹੀ ਅਸੀਂ ਬੋਲਿਆ ਭਾਈ ਇਹ ਬੇਸ ਹੈ, ਇਹਨੂੰ ਬੇਸ ਮੰਨਿਆ ਗਿਆ ਕਿ ਇਹਨੂੰ ਦੇਖ ਕੇ ਹੀ ਨਵੇਂ ਕੰਪਿਊਟਰ ਹੋਣ ਦੇ ਵਿੱਚ ਆਏ। ਤੇ ਜਿਹੜਾ ਸਟੋਰਡ ਪ੍ਰੋਗਰਾਮ ਇਹਦੇ ਵਿੱਚ ਹੁੰਦਾ ਸੀਗਾ ਉਹ ਕਿਹੜੀ ਫਾਰਮ ਦੇ ਵਿੱਚ ਹੁੰਦਾ ਸੀ? ਉਹ ਪੈਗਸ ਦੀ ਫਾਰਮ ਦੇ ਵਿੱਚ ਸਟੋਰ ਹੁੰਦਾ ਸੀ, ਜਿਹਨੂੰ ਬੈਰਲਸ ਵੀ ਕਿਹਾ ਜਾਂਦਾ ਸੀ। ਫੈਕਚੁਅਲ ਸਵਾਲ ਹੈ, ਨੋਟ ਕਰ ਲਿਓ ਕਿ ਐਨਾਲਿਟੀਕਲ ਇੰਜਨ ਦੇ ਵਿੱਚ ਜਿਹੜਾ ਪ੍ਰੋਗਰਾਮ ਸਟੋਰ ਹੁੰਦਾ ਸੀ ਉਹ ਕਿਹੜੀ ਫਾਰਮ 'ਚ ਹੁੰਦਾ ਸੀ? ਪੈਗਸ ਦੀ ਫਾਰਮ ਦੇ ਵਿੱਚ, ਜਾਂ ਉਹਨੂੰ ਬੈਰਲਸ ਵੀ ਬੋਲਿਆ ਜਾਂਦਾ ਸੀ ਕਿ ਇਸ ਫਾਰਮ ਦੇ ਵਿੱਚ ਉਹ ਸਟੋਰ ਹੋ ਜਾਂਦਾ ਸੀ। ਇੱਥੇ ਜਿਵੇਂ ਤੁਸੀਂ ਦੇਖੋਗੇ ਕਿ ਇਹ ਵਾਲੀ ਮਸ਼ੀਨ ਦੇ ਵਿੱਚ ਕਿਵੇਂ ਸਟੋਰ ਹੁੰਦਾ ਸੀਗਾ, ਜਿਹੜੀਆਂ ਮਸ਼ੀਨਸ ਦਿਖਾਈਆਂ ਗਈਆਂ ਨੇ। ਤਾਂ ਅੱਗੇ ਆਪਾਂ ਚੱਲਦੇ ਹਾਂ। ਹੁਣ ਕਹਾਣੀ ਕੀ ਆਉਂਦੀ ਹੈ ਕਿ ਜਿਹੜਾ ਦੂਜਾ ਸੀਗਾ ਨਾ ਐਨਾਲਿਟੀਕਲ ਇੰਜਨ ਬੇਸਿਕਲੀ ਪ੍ਰੋਬਲਮ ਇਹ ਸੀ ਕਿ ਐਨਾਲਿਟੀਕਲ ਇੰਜਨ ਨੂੰ ਕੰਪਲੀਟ ਨਹੀਂ ਕਰ ਪਾਇਆ ਚਾਰਲਸ ਬੈਬੇਜ। ਕੰਪਲੀਟ ਕਰਨ ਤੋਂ ਪਹਿਲਾਂ ਹੀ ਚਾਰਲਸ ਬੈਬੇਜ ਦੀ ਮੌਤ ਹੋ ਜਾਂਦੀ ਹੈ।
ਅਧੂਰਾ ਰਹਿ ਗਿਆ, ਪਰ ਕਨਸੈਪਟ ਦੇ ਗਿਆ ਕਿ ਆਹ ਚੀਜ਼ਾਂ ਇਹਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਹੁਣ ਅੱਗੇ ਆਪਾਂ ਦੇਖਾਂਗੇ ਮਾਰਕ 1 ਜਾਂ ਹੋਰ ਇਹੋ ਜਿਹੇ ਕੁਝ ਸਾਇੰਟਿਸਟ ਜਿਹੜੇ ਉਸੇ ਦੇ ਮਾਡਲ ਨੂੰ ਚੱਕਦੇ ਨੇ ਤੇ ਚੱਕ ਕੇ ਨਵਾਂ ਮਾਡਲ ਬਣਾਉਂਦੇ ਨੇ, ਤਾਂ ਉਹ ਚੀਜ਼ ਤੇ ਆਪਾਂ ਚੱਲਾਂਗੇ। ਲਓ ਅੱਗੇ ਇੱਕ ਆ ਗਈ ਟੈਬੂਲੇਟਿੰਗ ਮਸ਼ੀਨ। ਆਹ ਦੇਖ ਲਓ ਤੁਸੀਂ, ਆਹ ਦੇਖਣ 'ਚ ਇਹੋ ਜਿਹੀ ਸੀ ਟੈਬੂਲੇਟਿੰਗ ਮਸ਼ੀਨ। ਇਹ ਵੀ ਇੱਕ ਇਲੈਕਟ੍ਰੋਮੈਕੈਨੀਕਲ ਜਿਹਾ ਡਿਵਾਈਸ ਸੀ, ਮਸ਼ੀਨ ਸੀ, ਜਿਹੜੀ ਕਿ ਮੇਰੇ ਕੋਲੇ ਪੰਚ ਕਾਰਡ ਦੀ ਫਾਰਮ ਦੇ ਵਿੱਚ ਇਨਫੋਰਮੇਸ਼ਨ ਨੂੰ ਸਟੋਰ ਕਰਦੀ ਸੀ। ਜੋ ਪਿੱਛੇ ਕਨਸੈਪਟ ਆਇਆ, ਸੇਮ ਕਨਸੈਪਟ ਇਹਦੇ ਵਿੱਚ ਵਰਤਿਆ ਗਿਆ। ਬਣਾਉਣ ਵਾਲੇ ਸਾਇੰਟਿਸਟ ਦਾ ਨਾਮ ਨੋਟ ਕਰ ਲਓ, ਕਿਉਂਕਿ ਇੱਥੋਂ ਫੈਕਚੁਅਲ ਸਵਾਲ ਨਿਕਲਦੇ ਨੇ। ਹਰਮਨ ਹੋਲਰਿਥ ਨਾਮ ਦਾ ਸਾਇੰਟਿਸਟ ਸੀ ਜਿਹਨੇ ਬਣਾਈ, ਤੇ ਪਹਿਲੀ ਵਾਰ 1890 ਦੇ ਵਿੱਚ US ਦੇ ਵਿੱਚ ਜਿਹੜਾ ਸੈਂਸਸ ਕੰਡਕਟ ਹੁੰਦਾ ਉਹ ਸੈਂਸਸ ਦੀ ਕੈਲਕੂਲੇਸ਼ਨ ਵਾਸਤੇ ਇਸ ਮਸ਼ੀਨ ਨੂੰ ਵਰਤਿਆ ਗਿਆ, ਤਾਂ ਹੀ ਇਹ ਮਸ਼ਹੂਰ ਹੈ। ਤੁਹਾਡੇ ਤੋਂ ਸਵਾਲ ਐਵੇਂ ਬਣ ਸਕਦਾ ਕਿ 1890 ਈਸਵੀ ਦੇ ਵਿੱਚ US ਨੇ ਆਪਣੇ ਸੈਂਸਸ ਨੂੰ ਕਰਨ ਵਾਸਤੇ ਕਿਸੇ ਮਸ਼ੀਨ ਦਾ ਪ੍ਰਯੋਗ ਕੀਤਾ ਸੀ, ਦੱਸੋ ਮਸ਼ੀਨ ਕਿਹੜੀ ਸੀ? ਤਾਂ ਸਾਨੂੰ ਪਤਾ ਹੋਵੇ ਉਸ ਮਸ਼ੀਨ ਦਾ ਕੀ ਨਾਮ ਆ, ਟੈਬੂਲੇਟਿੰਗ ਮਸ਼ੀਨ। ਬਸ ਇਹਦੇ ਵਿੱਚ ਇੰਨਾ ਹੀ ਜ਼ਿਆਦਾ ਇੰਪੋਰਟੈਂਟ ਹੈ ਗੱਲ। ਹੁਣ ਆ ਗਏ ਮਾਰਕ 1 ਤੇ। 1944 ਦੇ ਵਿੱਚ ਪ੍ਰੋਫੈਸਰ ਹਾਵਰਡ ਆਈਕਨ ਨਾਮ ਦਾ ਬੰਦਾ ਸੀਗਾ, ਜਿਹੜਾ ਕਿ IBM ਦੀ ਕੋਲੈਬੋਰੇਸ਼ਨ ਦੇ ਨਾਲ, IBM ਇੱਕ ਕੰਪਨੀ ਦਾ ਨਾਮ ਆ, ਬੜੀ ਮਸ਼ਹੂਰ ਕੰਪਨੀ ਆ ਕੰਪਿਊਟਰ ਬਣਾਉਣ ਦੇ ਵਿੱਚ। ਇਹਨਾਂ ਦੀ ਕੋਲੈਬੋਰੇਸ਼ਨ ਦੇ ਨਾਲ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਐਨਾਲਿਟੀਕਲ ਇੰਜਨ ਤੇ। ਐਨਾਲਿਟੀਕਲ ਇੰਜਨ ਮੈਂ ਤੁਹਾਨੂੰ ਪਿੱਛੇ ਦੱਸਿਆ ਕਿ ਅਧੂਰਾ ਛੱਡ ਗਿਆ ਸੀ ਐਨਾਲਿਟੀਕਲ ਇੰਜਨ, ਜਿਹੜਾ ਤੁਹਾਡੇ ਕੋਲੇ ਚਾਰਲਸ ਬੈਬੇਜ ਸੀ, ਉਹ ਅਧੂਰਾ ਛੱਡ ਗਿਆ, ਇਹਨੇ ਉੱਥੋਂ ਹੀ ਚੱਕ ਲਿਆ। ਇਹਨੇ ਉਸੇ ਮਸ਼ੀਨ ਦੇ ਵਿੱਚ ਚੇਂਜਸ ਕਰਕੇ ਉਹਨੂੰ ਇੰਨਾ ਤੇਜ਼ ਬਣਾਤਾ ਕਿ ਉਹ ਮਸ਼ੀਨ 10 ਡਿਜਿਟ ਤੱਕ ਮਲਟੀਪਲੀਕੇਸ਼ਨ 5 ਸੈਕਿੰਡਸ 'ਚ ਕਰਕੇ ਦੇ ਦਿੰਦੀ ਸੀ। ਮਤਲਬ ਜਿਵੇਂ ਤੁਸੀਂ ਕਹੋਗੇ 10, ਕਿਉਂਕਿ 10 ਦੀ ਫਾਰਮ ਦੇ ਵਿੱਚ ਹੀ ਕੰਪਿਊਟਰ ਡਾਟਾ ਲੈਂਦਾ ਨਾ, ਐਵੇਂ ਦੇ ਤੁਸੀਂ 10 ਡਿਜਿਟ ਲਿਖ ਲਓ, 10 ਥੱਲੇ ਲਿਖ ਲਓ, ਉਹਨਾਂ ਦੀ ਮਲਟੀਪਲਾਈ ਕਰੋ, ਜੋ ਉੱਤਰ ਆਉਣਾ ਹੈ ਉਹ ਮੇਰੇ ਕੋਲੇ 5 ਸੈਕਿੰਡਸ 'ਚ ਹੀ ਕੱਢ ਕੇ ਦੇ ਦਿੰਦੀ ਸੀ। ਇੰਨੀ ਜ਼ਬਰਦਸਤ ਇਸ ਬੰਦੇ ਨੇ ਮਸ਼ੀਨ ਬਣਾਤੀ। ਬੇਸ ਕੰਸੈਪਟ ਕੀ ਰੱਖਿਆ? ਉਹੀ ਐਨਾਲਿਟੀਕਲ ਇੰਜਨ ਦਾ। ਤਾਂ ਸਵਾਲ ਇੱਥੇ ਸਭ ਤੋਂ ਵਧੀਆ ਇਹੀ ਬਣਦਾ ਕਿ ਮਾਰਕ 1 ਮਸ਼ੀਨ ਜਿਹੜੀ ਬਣਾਈ ਗਈ ਸੀ ਉਹ ਕਿਹਦੇ ਕੰਸੈਪਟ ਦੇ ਆਧਾਰਿਤ ਬਣਾਈ ਗਈ ਸੀ? ਐਨਾਲਿਟੀਕਲ ਇੰਜਨ ਦੇ ਆਧਾਰਿਤ। ਉਲਟਾ ਕਰ ਲਓ, ਐਨਾਲਿਟੀਕਲ ਇੰਜਨ ਤੇ ਆਧਾਰਿਤ ਬਾਅਦ ਦੇ ਵਿੱਚ ਇੱਕ ਮਸ਼ੀਨ ਬਣਦੀ ਆ, ਉਹਦਾ ਨਾਮ ਕੀ ਸੀ? ਤਾਂ ਵੀ ਪਤਾ ਹੋਵੇ। ਉਮੀਦ ਕਰਦਾ ਕਿ ਕਲੀਅਰ ਹੋ ਗਿਆ ਹੋਊਗਾ। ਲਓ ਜੀ, ਇਹ ਪਹਿਲਾ ਜਨਰਲ ਪਰਪਸ ਕੰਪਿਊਟਰ ਸੀ ਜਿਹੜਾ ਐਗਜ਼ੀਕਿਊਟ ਕਰਦਾ ਸੀ ਇਨਸਟਰਕਸ਼ਨਸ ਨੂੰ ਆਟੋਮੈਟਿਕਲੀ ਬਿਨਾਂ ਬੰਦੇ ਦੀ ਇੰਟਰਵੈਂਸ਼ਨ ਦੇ। ਮੋਸਟ ਇੰਪੋਰਟੈਂਟ ਪੁਆਇੰਟ। ਇਹ ਵੀ ਆਪਣੇ ਆਪ ਦੇ ਵਿੱਚ ਫੈਕਚੁਅਲ ਚੀਜ਼ਾਂ ਨੇ ਇਸ ਚੈਪਟਰ 'ਚ ਜ਼ਿਆਦਾਤਰ ਜਿਹੜੀਆਂ ਸਾਨੂੰ ਦੇਖਣੀਆਂ ਪੈਣਗੀਆਂ। ਹੁਣ ਤੱਕ ਤੁਸੀਂ ਗਰਾਰੀ ਘੁਮਾਉਣੀ ਪੈਂਦੀ ਸੀ ਤੁਹਾਨੂੰ, ਮਤਲਬ ਜਿਹੜੀਆਂ ਗਰਾਰੀਆਂ ਗੇਅਰ ਲੱਗੇ ਹੋਏ ਸੀ ਮਸ਼ੀਨਾਂ 'ਚ ਪਿਛਲੀਆਂ 'ਚ ਆਪਾਂ ਦੇਖਿਆ। ਇਹ ਪਹਿਲੀ ਮਸ਼ੀਨ ਸੀ ਜਿਹੜੀ ਆਟੋਮੈਟਿਕਲੀ ਬਿਨਾਂ ਬੰਦੇ ਦੀ ਇੰਟਰਫੇਰੈਂਸ ਦੇ ਆਪਣੇ ਆਪ ਹੀ ਆਟੋਮੈਟਿਕਲੀ ਕੋਈ ਵੀ ਤੁਸੀਂ ਕਮਾਂਡ, ਕੋਈ ਵੀ ਹਦਾਇਤ ਦਿੰਦੇ ਸੀ, ਉਹਨੂੰ ਐਗਜ਼ੀਕਿਊਟ ਕਰ ਦਿੰਦਾ ਸੀ ਤੇ ਪਰਫਾਰਮ ਕਰ ਦਿੰਦਾ ਸੀ। ਪ੍ਰੋਗਰਾਮ ਡਾਟਾ ਸਟੋਰਡ ਸੇਮ ਮੈਮਰੀ ਯੂਨਿਟ ਦੇ ਵਿੱਚ, ਇਹ ਕਨਸੈਪਟ ਵੀ ਇੱਥੇ ਆਇਆ। ਇਹ ਵੀ ਇੰਪੋਰਟੈਂਟ ਹੈ। ਮਤਲਬ ਇੱਕੋ ਹੀ ਮੈਮਰੀ ਦੇ ਵਿੱਚ, ਜਿਵੇਂ ਆਹ ਤੁਸੀਂ ਕਹਿ ਲਓ ਕਿ ਇੱਕ ਮੈਮਰੀ ਹੈ, ਡਾਟਾ ਤੇ ਪ੍ਰੋਗਰਾਮ ਯਾਨੀ ਕਿ ਤੁਹਾਡੀਆਂ ਇਨਸਟਰਕਸ਼ਨਸ ਨੂੰ ਇੱਕੋ ਹੀ ਮੈਮਰੀ ਯੂਨਿਟ ਦੇ ਵਿੱਚ ਸਟੋਰ ਕਰਕੇ ਸਾਂਭਣ ਦਾ ਕਨਸੈਪਟ ਵੀ ਇਸੇ ਦੇ ਵਿੱਚ ਆਇਆ। ਥੋੜਾ ਜਿਹਾ ਲੇਟਰ ਔਨ ਤੁਹਾਨੂੰ ਇਹ ਗੱਲ ਸਮਝ ਆਊਗੀ ਕਿ ਡਾਟਾ ਤੇ ਇਹ ਜਿਹੜਾ ਇਨਸਟਰਕਸ਼ਨ ਹੈ ਉਹਦੇ 'ਚ ਕੀ ਫਰਕ ਹੈ। ਅੱਗੇ ਮੈਂ ਵੌਨ ਨਿਊਮਨ ਮਾਡਲ ਪੜਾਉਣਾ, ਉਹਦੇ ਵਿੱਚ ਵੌਨ ਨਿਊਮਨ ਦੀ ਬੋਟਲਨੈਕ ਪ੍ਰੋਬਲਮ ਪੜਾਉਂਗਾ, ਉੱਥੇ ਮੈਂ ਕਲੀਅਰ ਕਰਦਾ ਕਿ ਇਹਦੇ 'ਚ ਕੀ ਫਰਕ ਹੈ। ਫਿਰ ਤੁਹਾਨੂੰ ਆਹ ਲਾਈਨ ਸਮਝ ਆ ਜਾਊਗੀ ਕੀ ਲਿਖੀ ਹੋਈ ਹੈ ਇਹ ਲਾਈਨ। ਆ ਹੀ ਗਿਆ, ਚਲੋ ਆਜੋ ਦੇਖਦੇ ਹਾਂ। ਵੌਨ ਨਿਊਮਨ ਆਰਕੀਟੈਕਚਰ ਸੀ ਜਿਹੜਾ, ਉਹਦੇ ਵਿੱਚ ਕੀ ਸੀ? ਪ੍ਰੋਸੈਸਰ ਐਗਜ਼ੀਕਿਊਟ ਕਰਦਾ ਸੀ ਇਨਸਟਰਕਸ਼ਨਸ ਸਟੋਰਡ ਇਨ ਮੈਮਰੀ ਆਫ ਦਾ ਕੰਪਿਊਟਰ। ਸਿੰਸ ਦੇयर ਇਜ਼ ਓਨਲੀ ਵਨ ਕਮਿਊਨੀਕੇਸ਼ਨ ਚੈਨਲ, ਤਾਂ ਕਰਕੇ ਜਿਹੜਾ ਪ੍ਰੋਸੈਸਰ ਸੀ ਐਟ ਅ ਟਾਈਮ ਜਾਂ ਫੈਚ ਕਰ ਸਕਦਾ ਸੀ ਇਨਸਟਰਕਸ਼ਨ ਜਾਂ ਡਾਟਾ। ਇਹਨੂੰ ਇਹਦੀ ਵੌਨ ਨਿਊਮਨ ਦੀ ਬੋਟਲਨੈਕ ਪ੍ਰੋਬਲਮ ਕਿਹਾ ਗਿਆ। ਹੁਣ ਇਹਨੂੰ ਸਮਝਦੇ ਆਪਾਂ ਬੜੇ ਚੰਗੀ ਤਰੀਕੇ ਨਾਲ। ਦੇਖਿਓ ਤੁਹਾਡੇ ਪਿਛਲੀਆਂ 5-7 ਲਾਈਨਾਂ ਦਾ ਸਾਰਾ ਕਨਸੈਪਟ ਕਲੀਅਰ ਹੋ ਜੂ ਜੇ ਤੁਸੀਂ ਆਹ ਗੱਲ ਨੂੰ ਸਮਝ ਗਏ। ਮੈਂ ਇੱਕ ਕਮਾਂਡ ਲਿਖਣ ਜਾ ਰਿਹਾ, ਇੱਥੇ ਮੈਂ ਜੇ A ਨਾ ਵੀ ਲਿਖਾਂ ਤਾਂ ਵੀ ਚੱਲ ਜੂਗਾ, ਐਡ B ਵੀ ਲਿਖਦਾ ਤਾਂ ਵੀ ਬਾਈ ਡਿਫਾਲਟ ਮੰਨਿਆ ਜਾਂਦਾ ਕਿ A ਇੱਥੇ ਹੁੰਦਾ ਹੀ ਹੁੰਦਾ। ਕਿਉਂ ਹੁੰਦਾ ਲੇਟਰ ਔਨ ਉਹ ਵੀ ਕਲੀਅਰ ਕਰੂੰਗਾ ਮੈਂ। ਇਹ ਇੱਕ ਮੇਰੇ ਕੋਲੇ ਤਰੀਕਾ ਹੈ ਕਮਾਂਡ ਲਿਖਣ ਦਾ। ਆ ਜਿਹੜੀ ਮੇਰੇ ਕੋਲੇ ਹਿੱਸਾ ਐਡ, ਇਹਨੂੰ ਮੈਂ ਬੋਲਦਾ ਕਮਾਂਡ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਇਨਸਟਰਕਸ਼ਨ। ਇਹ ਤਾਂ ਹੋ ਗਿਆ ਕਾਮਨ ਲੈਂਗੁਏਜ, ਜਿਵੇਂ ਅਸੀਂ ਬੋਲਾਂਗੇ ਕਿ ਕੰਪਿਊਟਰ ਨੂੰ ਐਡ ਕਰਾਉਣਾ, ਅਸੀਂ ਨੇ ਐਡ ਦੀ ਕਮਾਂਡ ਦਿੱਤੀ। ਪਰ ਟੈਕਨੀਕਲ ਭਾਸ਼ਾ 'ਚ ਇਹਦੇ ਕੁਝ ਹੋਰ ਵੀ ਨਾਮ ਹੈਗੇ ਨੇ ਜਿਹੜੇ ਪੇਪਰ ਸਾਡੇ ਤੋਂ ਪੁੱਛਦਾ ਤੇ ਸਾਨੂੰ ਪਤਾ ਵੀ ਹੋਣੇ ਚਾਹੀਦੇ ਨੇ। ਉਹ ਕੀ ਨੇ? ਇਹਨੂੰ ਔਪ ਕੋਡ ਵੀ ਕਹਿ ਦਿੱਤਾ ਜਾਂਦਾ, ਔਪ ਕੋਡ। ਇੱਕ ਹੋਰ ਵੀ ਇਹਦਾ ਨਾਮ ਹੈ, ਇਹਨੂੰ ਨਿਮੋਨਿਕ ਵੀ ਕਹਿ ਦਿੰਦੇ ਨੇ।
ਇੰਨੇ ਨਾਮ ਨੇ, ਇੰਨੇ ਕੁ ਹਿੱਸੇ ਦੇ ਐਡ, ਇਹ ਮੇਰੇ ਕੋਲੇ ਇੰਸਟਰਕਸ਼ਨ ਹੈ। ਹੁਣ ਆਹ ਦੋ ਮੇਰੇ ਕੋਲੇ ਕਹਾਉਂਦੀ ਆ ਚੀਜ਼ ਡਾਟਾ। ਬੇਸਿਕਲੀ ਇਹ ਰਜਿਸਟਰ ਨੇ ਦੋ, ਇੱਕ A ਰਜਿਸਟਰ ਹੈ, ਇੱਕ B ਰਜਿਸਟਰ ਹੈ। ਰਜਿਸਟਰ ਕੀ ਚੀਜ਼ ਹੁੰਦੀ ਹੈ? ਰਜਿਸਟਰ ਇੱਕ ਇਹੋ ਜਿਹਾ ਡਿਵਾਈਸ ਹੈ ਜਿਹੜਾ ਡਾਟਾ ਸਟੋਰ ਕਰਨ ਦੇ ਕੰਮ ਕਰਦਾ ਹੈ। ਜਿਵੇਂ ਪੈਨ ਡਰਾਈਵ ਉਹ ਵੀ ਤਾਂ ਡਾਟਾ ਸਟੋਰ ਹੀ ਕਰਦੀ ਹੈ, ਤਾਂ ਇੱਕ ਡਾਟਾ ਸਟੋਰ ਕਰਨ ਦੇ ਕੰਮ ਕਰਦਾ ਹੈ। ਹੁਣ ਮੰਨ ਲਓ ਇਹ ਕਰ ਕੀ ਰਿਹਾ ਹੈ, ਤੁਹਾਨੂੰ ਮੈਂ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰਦਾ। ਮੰਨ ਲਓ A ਦੇ ਵਿੱਚ 10 ਪਿਆ, B ਦੇ ਵਿੱਚ ਪਿਆ ਮੇਰੇ ਕੋਲੇ 20। ਇਹਨੇ ਕੀ ਕਰਨਾ ਹੈ, ਆ B ਵਾਲੇ 20 ਨੂੰ ਚੱਕ ਕੇ A ਵਾਲੇ 10 ਦੇ ਵਿੱਚ ਜੋੜ ਦੇਣਾ ਤੇ ਮੈਨੂੰ ਉੱਤਰ ਕੱਢ ਕੇ ਦੇ ਦੇਣਾ 30। ਆਹ ਕੰਮ ਹੋ ਰਿਹਾ ਹੈ, ਪਰ ਇਹਦੇ ਨਾਲ ਤਾਂ ਸਾਡਾ ਕੋਈ ਲੈਣਾ ਦੇਣਾ ਹੀ ਨਹੀਂ, ਇਹ ਤਾਂ ਤੁਹਾਨੂੰ ਸਮਝਾਉਣ ਲਈ ਹੈ। ਇਹਦਾ ਮਤਲਬ ਜਿਹੜਾ 10 20 ਹੈ ਇਹ ਕੀ ਆ? ਡਾਟਾ ਮੇਰਾ, ਜਿਹਦੇ ਤੇ ਕੰਮ ਹੋਣਾ, ਜਿਹਨੂੰ ਜੋੜ ਘਟਾਓ ਕਰਨਾ ਹੈ। ਇਹ ਕਿੱਥੇ ਪਿਆ? ਇਹ A ਵਿੱਚ ਪਿਆ। ਇਹਨੂੰ ਟੈਕਨੀਕਲ ਭਾਸ਼ਾ ਦੇ ਵਿੱਚ ਬੋਲਿਆ ਜਾਂਦਾ ਹੈ ਆਪਰੈਂਡ। ਇਹ ਵੀ ਇੰਪੋਰਟੈਂਟ ਪੁਆਇੰਟ ਹੈ। ਜਿਹੜੀ ਇੰਸਟਰਕਸ਼ਨ ਹੈ, ਜਿਹੜਾ ਕੰਮ ਕੀਤਾ ਜਾਣਾ ਹੈ, ਉਹਨੂੰ ਬੋਲਦੇ ਨੇ ਆਪਕੋਡ। ਜਿਹਦੇ ਉੱਤੇ ਕੰਮ ਕੀਤਾ ਜਾਣਾ ਹੈ, ਮਤਲਬ ਡਾਟੇ ਦੇ ਉੱਤੇ, ਉਹਨੂੰ ਬੋਲਿਆ ਜਾਂਦਾ ਆਪਰੈਂਡ। ਦੋਨੋਂ ਹੀ ਬੜੇ ਮਹੱਤਵਪੂਰਨ ਨੇ, ਪੇਪਰ ਕਈ ਵਾਰ ਪੁੱਛ ਚੁੱਕਿਆ PSSB ਖਾਸ ਕਰਕੇ ਆਪਕੋਡ ਤੇ ਆਪਰੈਂਡ ਕਿਹਨੂੰ ਬੋਲਦੇ ਆ। ਲਓ ਜੀ, ਇੰਨੀ ਗੱਲ ਮੈਂ ਉਮੀਦ ਕਰਦਾ ਕਲੀਅਰ ਹੋਈ ਹੋਊ। ਹੁਣ ਜਦੋਂ ਅਸੀਂ ਤੁਹਾਡੇ ਕੋਲੇ ਤੁਹਾਡਾ ਮਾਈਕਰੋ ਪ੍ਰੋਸੈਸਰ ਹੈ ਜਾਂ ਕਹਿ ਲਓ ਕੰਪਿਊਟਰ ਹੈ, ਤੁਹਾਡਾ ਕੰਪਿਊਟਰ ਮਾਈਕਰੋ ਪ੍ਰੋਸੈਸਰ ਦੇ ਸਿਰ ਦਾ ਚੱਲਦਾ ਹੈ। ਇਹਨੂੰ ਤੁਸੀਂ ਨੇ ਕਮਾਂਡ ਦੇਣੀ ਹੈ। ਇੱਥੋਂ ਕਮਾਂਡ ਦੇਣ ਵਾਸਤੇ ਇੱਕੋ ਹੀ ਰਸਤਾ ਹੈ, ਇੱਕੋ ਹੀ ਚੈਨਲ ਹੈ। ਚੈਨਲ ਹੁੰਦਾ ਜਿਹਦੇ ਥਰੂ ਡਾਟਾ ਭੇਜਿਆ ਜਾ ਸਕਦਾ ਹੁੰਦਾ। ਕੋਈ ਵੀ ਮੀਡੀਅਮ, ਕੋਈ ਮਾਧਿਅਮ ਜਿਹਦੇ ਥਰੂ ਤੁਸੀਂ ਡਾਟਾ ਭੇਜਦੇ ਹੋ, ਉਹ ਚੈਨਲ ਕਹਾਉਂਦਾ ਹੈ। ਇੱਕੋ ਹੀ ਚੈਨਲ ਹੈ। ਹੁਣ ਮੇਰੇ ਕੋਲੇ ਪ੍ਰੋਬਲਮ ਕੀ ਹੈ? ਜੇ ਇੱਕ ਚੈਨਲ ਹੈ, ਜਦੋਂ ਤੁਸੀਂ ਇਹਦੋਂ ਆਹੀ ਕਮਾਂਡ, ਆਹੀ ਕੰਮ ਕਰਾਉਣਾ ਹੈ, ਐਡ ਕਰਾਉਣਾ A ਤੇ B ਦੇ ਡਾਟਾ ਨੂੰ, ਇਹ ਕੀ ਕਰੂਗਾ? ਜਾਂ ਤਾਂ ਪਹਿਲਾਂ ਐਡ ਭੇਜੂਗਾ ਜਾਂ A ਤੇ B ਡਾਟਾ ਭੇਜੂਗਾ। ਇਹ ਇਕੱਠਾ ਨਹੀਂ ਜਾ ਸਕਦਾ। ਇਹ ਮੇਰੇ ਕੋਲ ਇੰਸਟਰਕਸ਼ਨ ਹੈ, ਇਹ ਡਾਟਾ ਹੈ। ਇੰਸਟਰਕਸ਼ਨ ਅੱਡ ਜਾਂਦੀ ਹੈ, ਡਾਟਾ ਅੱਡ ਜਾਂਦਾ ਹੈ। ਹੁਣ ਇਹਦਾ ਮਤਲਬ ਜੇ ਤੁਹਾਡੇ ਕੋਲ ਇੱਕ ਚੈਨਲ ਹੈ, ਤੁਸੀਂ ਜਾਂ ਤਾਂ ਪਹਿਲਾਂ ਐਡ ਭੇਜੋਗੇ ਇਹਦੇ ਤੇ, ਐਡ ਗਿਆ, ਐਡ ਥੋੜਾ ਜਿਹਾ ਇੱਥੇ ਵੇਟ ਕਰੂਗਾ, ਹੋਲਡ ਕਰੂ। ਜਦੋਂ ਤੱਕ A, B ਵਾਲਾ ਡਾਟਾ ਅਗਲੇ ਸਾਈਕਲ ਦੇ ਵਿੱਚ ਨਹੀਂ ਜਾਂਦਾ, ਉਦੋਂ ਤੱਕ ਇਹ ਕੰਪਲੀਟ ਐਗਜ਼ੀਕਿਊਸ਼ਨ ਨਹੀਂ ਹੋ ਸਕਦੀ, ਇਹ ਚੱਲ ਨਹੀਂ ਸਕਦੀ ਇੰਸਟਰਕਸ਼ਨ। ਪ੍ਰੋਸੈਸਰ ਸਾਨੂੰ ਇਹ ਕੰਮ ਕਰਕੇ ਨਹੀਂ ਦੇ ਸਕਦਾ। ਇਹਦਾ ਮਤਲਬ ਇੱਥੇ ਵੇਟ ਹੋ ਗਿਆ ਨਾ ਕਿੰਨੇ ਟਾਈਮ ਦਾ। ਕਿਉਂ ਵੇਟ ਹੋਇਆ? ਕਿਉਂਕਿ ਇਹਦਾ ਗਲਾ ਛੋਟਾ ਸੀ। ਗਲਾ ਛੋਟਾ ਦਾ ਮਤਲਬ ਕਿ ਇੱਥੋਂ ਇੱਕੋ ਹੀ ਚੀਜ਼ ਲੰਘ ਸਕਦੀ ਸੀ, ਗਲਾ ਛੋਟਾ ਹੋਣ ਕਰਕੇ। ਜਾਂ ਤਾਂ ਐਡ ਇੰਸਟਰਕਸ਼ਨ ਲੰਘ ਸਕਦੀ ਸੀ ਜਾਂ ਆਪਰੈਂਡ ਲੰਘ ਸਕਦਾ ਸੀਗਾ ਮੇਰੇ ਕੋਲੇ, ਜਿਹੜਾ ਮੇਰੇ ਕੋਲੇ ਡਾਟਾ। ਇਸੇ ਨੂੰ ਕਿਹਾ ਗਿਆ ਵੌਨ ਨਿਊਮਨ ਮਾਡਲ ਦੀ ਬੋਟਲ ਨੈਕ ਪ੍ਰੋਬਲਮ, ਕਿ ਛੋਟਾ ਗਲਾ ਹੋਣ ਕਰਕੇ, ਇੱਕ ਕਮਿਊਨੀਕੇਸ਼ਨ ਚੈਨਲ ਹੋਣ ਕਰਕੇ, ਜਾਂ ਤਾਂ ਆਈਦਰ ਇਹ ਡਾਟਾ ਨੂੰ ਹੀ ਫੈਚ ਕਰ ਸਕਦਾ ਸੀ, ਆਪਦੇ ਕੋਲ ਖਿੱਚ ਸਕਦਾ ਸੀ, ਜਾਂ ਫਿਰ ਇੰਸਟਰਕਸ਼ਨ ਨੂੰ ਖਿੱਚ ਸਕਦਾ ਸੀ। ਦੋਨੋਂ ਨਹੀਂ ਖਿੱਚੀਆਂ ਜਾ ਸਕਦੀਆਂ ਸੀ। ਇਸੇ ਕਰਕੇ ਉਸ ਤੋਂ ਬਾਅਦ ਇਸ ਪ੍ਰੋਬਲਮ ਨੂੰ ਦੂਰ ਕਰਨ ਵਾਸਤੇ ਅੱਡ-ਅੱਡ ਚੈਨਲ ਬਣਾਏ ਗਏ। ਐਡਰੈਸ ਦਾ ਅਲੱਗ ਚੈਨਲ ਬਣਾਇਆ ਗਿਆ, ਡਾਟਾ ਦਾ ਅਲੱਗ ਬਣਾਇਆ ਗਿਆ, ਇੰਸਟਰਕਸ਼ਨਾਂ ਦਾ ਅਲੱਗ ਬਣਾਇਆ ਗਿਆ, ਕੁਝ ਹੋਰ ਕੰਟਰੋਲ ਸਿਗਨਲ ਵੀ ਭੇਜਣੇ ਹੁੰਦੇ ਨੇ, ਉਹਦੇ ਵਾਸਤੇ ਅੱਡ ਬਣਾਇਆ ਗਿਆ। ਇਸ ਚੀਜ਼ ਨੂੰ ਅਸੀਂ ਬੱਸ ਦੇ ਨਾਮ ਨਾਲ ਜਾਣਦੇ ਹਾਂ। ਬੱਸ ਤਿੰਨ ਤਰ੍ਹਾਂ ਦੀਆਂ ਬੱਸਸ ਯੂਜਲੀ ਹੁੰਦੀਆਂ ਨੇ ਮੇਰੇ ਕੋਲੇ। ਇੱਕ ਐਡਰੈਸ ਬੱਸ ਹੁੰਦੀ ਹੈ, ਇੱਕ ਹੁੰਦੀ ਹੈ ਡਾਟਾ ਬੱਸ, ਅੱਗੇ ਆਊਗੀ ਪੜਾਂਗੇ, ਇੱਕ ਹੁੰਦੀ ਹੈ ਕੰਟਰੋਲ ਬੱਸ। ਇਹ ਤਿੰਨੋਂ ਐਡਰੈਸ ਬੱਸ ਦੇ ਥਰੂ ਤੁਹਾਡਾ ਜਾਂਦਾ ਹੈ, ਮਤਲਬ ਆ ਚੈਨਲ ਦੇ ਥਰੂ ਤੁਹਾਡੀ ਇੰਸਟਰਕਸ਼ਨ ਜਾਂਦੀ ਹੈ, ਜਿਹਦੀ ਮੈਂ ਗੱਲ ਕੀਤੀ ਕਮਾਂਡ ਦੀ। ਡਾਟਾ ਬੱਸ ਦੇ ਥਰੂ ਤੁਹਾਡਾ ਡਾਟਾ ਜਾਂਦਾ ਪੂਰਾ, ਤੇ ਜਿਹੜੇ ਕੰਟਰੋਲ ਸਿਗਨਲ ਕੁਝ ਆਉਣਗੇ ਅੱਗੇ ਫਰਦਰ ਕਿ ਕੰਟਰੋਲ ਕਰਨ ਵਾਸਤੇ ਵਰਤੇ ਜਾਂਦੇ ਨੇ ਪ੍ਰੋਸੈਸਰ ਨੂੰ, ਉਹ ਕੰਟਰੋਲ ਬੱਸ ਦੇ ਥਰੂ ਜਾਂਦੇ ਨੇ। ਪੈਰਲਲੀ ਜਾ ਸਕਦੇ ਨੇ ਇੱਕੋ ਸਮੇਂ ਤੇ ਤਿੰਨੋਂ, ਜਿਹਦੇ ਨਾਲ ਸਪੀਡ ਵਧ ਜਾਂਦੀ ਹੈ ਤੇ ਡਾਟਾ ਛੇਤੀ ਪ੍ਰੋਸੈਸ ਹੋ ਕੇ ਬਾਹਰ ਆ ਜਾਂਦਾ। ਹੁਣ ਮੈਂ ਉਮੀਦ ਕਰਦਾ ਜਿਹੜੀਆਂ 5-7 ਲਾਈਨਾਂ ਤੁਹਾਨੂੰ ਸਮਝ ਨਹੀਂ ਆਈਆਂ ਹੋਣੀਆਂ, ਮੇਰੇ ਹਿਸਾਬ ਨਾਲ ਹੁਣ ਕਲੀਅਰ ਹੋਣੀਆਂ ਚਾਹੀਦੀਆਂ ਨੇ। ਬੈਕ ਕਰਕੇ 2-3 ਵਾਰ ਸੁਣ ਸਕਦੇ ਹੋ ਤਾਂ ਬਿਲਕੁਲ ਕਲੀਅਰ ਹੋਣਗੀਆਂ, ਨਾ ਕਲੀਅਰ ਹੋਣ ਵਾਲੀ ਕੋਈ ਗੱਲ ਹੀ ਨਹੀਂ। ਇਹ ਸੀਗਾ ਦੌਰ ਮਕੈਨੀਕਲ ਏਰਾ ਦਾ, ਜਿਹੜੀਆਂ ਮਕੈਨੀਕਲ ਏਰਾ 'ਚ ਮਸ਼ੀਨਾਂ ਬਣੀਆਂ। ਹੁਣ ਦੌਰ ਚੱਲੂਗਾ ਇਲੈਕਟ੍ਰੋਨਿਕ ਏਰਾ ਦਾ। ਇਲੈਕਟ੍ਰੋਨਿਕ ਦੇ ਵਿੱਚ ਆ ਜਾਵਾਂਗੇ ਹੁਣ। ਕਿਵੇਂ? ਐਨੀਅਕ, EDBAC, ਯੂਨੀਵੈਕ, ਆਹ ਕੰਪਿਊਟਰ ਨੇ ਜਿਹੜੇ ਬਣਦੇ ਨੇ ਇਲੈਕਟ੍ਰੋਨਿਕ ਏਰਾ ਦੇ ਵਿੱਚ। ਇੱਕ ਇੱਕ ਕਰਕੇ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਬਣਿਆ ਐਨੀਅਕ। ਪੇਪਰ ਨੇ n ਨੰਬਰ ਆਫ ਟਾਈਮਸ ਪੁੱਛਿਆ ਕਿ ਇਹਦੀ ਫੁੱਲ ਫਾਰਮ ਹੀ ਦੱਸ ਦਿਓ ਮੈਨੂੰ ਐਨੀਅਕ ਦੀ। ਇਲੈਕਟ੍ਰੋਨਿਕ ਨਿਊਮੈਰੀਕਲ ਇੰਟੀਗ੍ਰੇਟਰ ਐਂਡ ਕੰਪਿਊਟਰ। ਇਲੈਕਟ੍ਰੋਨਿਕ ਨਿਊਮੈਰੀਕਲ ਇੰਟੀਗ੍ਰੇਟਰ ਐਂਡ ਕੰਪਿਊਟਰ ਮੋਸਟ ਇੰਪੋਰਟੈਂਟ ਆ, ਨੋਟ ਕਰ ਲਿਓ। 1946 ਦੇ ਵਿੱਚ ਬਣਦਾ ਹੈ। ਦੂਜਾ ਸਵਾਲ ਇਹਨੂੰ ਲੈ ਕੇ ਪੁੱਛਿਆ ਜਾਂਦਾ ਹੁੰਦਾ ਕਿ ਇਹਨੂੰ ਬਣਾਉਣ ਵਾਲੇ ਬੰਦਿਆਂ ਦੇ ਨਾਮ ਦੱਸੋ। ਇਹ ਵੀ ਪੇਪਰ ਪੁੱਛ ਚੁੱਕਿਆ ਹੈ। ਜੌਨ W. ਮੌਕਲੀ ਤੇ J. ਪ੍ਰੈਸਪਰ ਐਕਵਰਡ।
ਐਕਰਟ, ਇਹ ਦੋ ਸਾਇੰਟਿਸਟ ਸੀ ਜਿਨ੍ਹਾਂ ਨੇ ਇਹਨੂੰ ਬਣਾਇਆ। ਤਾਂ ਆ ਵੀ ਦਿਮਾਗ ਦੇ ਵਿੱਚ ਫਿੱਟ ਕਰ ਲਓ ਬਿਕੋਜ਼ ਇੰਪੋਰਟੈਂਟ ਹੈ। ਪਹਿਲਾ ਡਿਜੀਟਲ ਕੰਪਿਊਟਰ ਸੀ ਜਿਹੜਾ ਬਣਿਆ ਸਾਡੇ ਕੋਲੇ। ਪ੍ਰੋਬਲਮ ਇੱਕੋ ਹੀ ਸੀ ਕਿ ਸਾਈਜ਼ ਬਹੁਤ ਵੱਡੇ ਸੀ, ਕਮਰੇ ਦੇ ਸਾਈਜ਼ ਦੇ ਕੰਪਿਊਟਰ ਸੀਗੇ ਇਹ ਦੇਖਣ ਨੂੰ। ਨਾ ਤਾਂ ਚੱਕ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਜਾਏ ਜਾ ਸਕਦੇ ਸੀ, ਹੀਟ ਇੰਨੀ ਛੱਡਦੇ ਸੀ, ਗਰਮੀ ਇੰਨੀ ਪੈਦਾ ਕਰਦੇ ਸੀ ਜਿੱਥੇ ਕਮਰੇ 'ਚ ਰੱਖਿਆ ਜਾਂਦਾ ਸੀ ਕਿ ਤੁਹਾਨੂੰ 4-5 ਏਸੀ ਲਾਉਣੇ ਪੈਂਦੇ ਸੀ, ਬਿਜਲੀ ਵੀ ਬਹੁਤ ਖਪਤ ਕਰਦੇ ਸੀ। ਆਹ ਸਾਰੀਆਂ ਇਹਦੀਆਂ ਕਮੀਆਂ ਸੀ, ਡਰਾਬੈਕ ਸੀ ਜਿਹੜੀਆਂ ਦੇਖਣ ਨੂੰ ਮਿਲੀਆਂ ਇਸ ਕੰਪਿਊਟਰ ਦੇ ਵਿੱਚ। ਠੀਕ ਹੈ, ਆਹੀ ਚੀਜ਼ਾਂ ਲਿਖੀਆਂ ਨੇ। ਫਿਰ ਇਸ ਤੋਂ ਬਾਅਦ ਬਣਦਾ ਹੈ EDBAC, ਇਲੈਕਟ੍ਰੋਨਿਕ ਡਿਸਕ੍ਰੀਟ ਵੇਰੀਏਬਲ ਆਟੋਮੈਟਿਕ ਕੰਪਿਊਟਰ। ਫੁੱਲ ਫਾਰਮਸ ਬਹੁਤ ਮਹੱਤਵਪੂਰਨ ਨੇ, ਦੋਨਾਂ ਤਿੰਨਾਂ ਦੀਆਂ ਪੇਪਰ 'ਚ ਕਿਸੇ ਨਾ ਕਿਸੇ ਪੇਪਰ 'ਚ ਪੁੱਛੀਆਂ ਜਾਂਦੀਆਂ ਨੇ ਲਾਜ਼ਮੀ। ਇਹ 1952 'ਚ ਬਣਦਾ ਹੈ। ਇਹਦੀ ਖਾਸੀਅਤ ਕੀ ਸੀਗੀ? ਇਹਦੀ ਖਾਸੀਅਤ ਇਹ ਸੀ ਕਿ ਪਹਿਲਾ ਸਟੋਰੇਜ ਵਾਲਾ ਕੰਪਿਊਟਰ ਬਣਿਆ, ਸਟੋਰਡ ਪ੍ਰੋਗਰਾਮ ਕੰਪਿਊਟਰ, ਪਹਿਲਾ ਡਿਜੀਟਲ ਕੰਪਿਊਟਰ ਜਿਹਦੇ ਵਿੱਚ ਸਟੋਰ ਕਰਨ ਦੀ ਕੈਪੇਬਿਲਿਟੀ ਸੀ। ਜਿਵੇਂ ਹੁਣ ਤੁਸੀਂ ਕੋਈ ਚੀਜ਼ ਚਲਾਉਂਦੇ ਹੋ ਤਾਂ ਕੰਪਿਊਟਰ ਦੇ ਵਿੱਚ ਸਟੋਰ ਹੋ ਜਾਂਦੀ ਹੈ ਰੈਮ ਜਾਂ ਰੋਮ ਦੇ ਵਿੱਚ ਜਾ ਕੇ ਤੁਹਾਡੀ ਦੇ ਵਿੱਚ, ਠੀਕ ਹੈ, ਰੈਮ ਦੇ ਵਿੱਚ ਬੇਸਿਕਲੀ। ਤਾਂ ਉਹ ਚੀਜ਼ ਇਹਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲੀ EDBAC 'ਚ। ਇਹੀ ਸਵਾਲ ਡਾਇਰੈਕਟ ਪੁੱਛਿਆ ਜਾਊਗਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਕੰਪਿਊਟਰ ਡਿਜੀਟਲ ਬਣਿਆ ਪਹਿਲਾ ਜਿਹਦੇ ਵਿੱਚ ਸਟੋਰ ਦੀ ਫੈਸਿਲਿਟੀ ਨੂੰ ਦਿੱਤਾ ਗਿਆ। ਤੁਹਾਡੇ ਕੋਲੇ ENIAC ਵੀ ਲਿਖਿਆ ਆਊਗਾ, ਤੁਹਾਡੇ ਕੋਲੇ EDBAC ਲਿਖਿਆ ਵੀ ਆਊਗਾ, ਤੁਹਾਡੇ ਕੋਲੇ EDSAC ਵੀ ਲਿਖ ਸਕਦੇ ਨੇ, UNIVAC ਵੀ ਲਿਖ ਸਕਦੇ ਨੇ। ਤਾਂ ਤੁਹਾਨੂੰ ਧਿਆਨ 'ਚ ਰਵੇ ਕਿ ਉਹ EDBAC ਯਾਨੀ ਕਿ ਇਲੈਕਟ੍ਰੋਨਿਕ ਡਿਸਕ੍ਰੀਟ ਵੇਰੀਏਬਲ ਆਟੋਮੈਟਿਕ ਕੰਪਿਊਟਰ ਹੈ ਜਿਹਦੇ ਵਿੱਚ ਪਹਿਲੀ ਵਾਰ ਸਟੋਰਡ ਕੰਸੈਪਟ ਯੂਜ਼ ਕੀਤਾ ਗਿਆ। ਡਿਜੀਟਲ ਕੰਪਿਊਟਰ, ਬਿਨਾਂ ਡਿਜੀਟਲ ਤਾਂ ਸਟੋਰਡ ਆਪਾਂ ਪਿੱਛੇ ਵੀ ਦੇਖ ਲਿਆ ਕਿ ਵਰਤਿਆ ਗਿਆ, ਪਰ ਡਿਜੀਟਲ ਕੰਪਿਊਟਰ ਇਲੈਕਟ੍ਰੋਨਿਕ ਕੰਪਿਊਟਰ ਨਾ ਕਿ ਮਕੈਨੀਕਲ ਕੰਪਿਊਟਰ ਜਿਹਦੇ ਵਿੱਚ ਇਹ ਸਟੋਰੇਜ ਦਾ ਕੰਸੈਪਟ ਆਇਆ। ਲਓ ਜੀ, ਉਮੀਦ ਕਰਦਾ ਕਲੀਅਰ ਹੋ ਗਿਆ ਹੋ। ਫਿਰ ਉਸ ਤੋਂ ਬਾਅਦ ਵੌਨ ਨਿਊਮਨ ਬਣਾਉਂਦਾ ਹੈ EDSAC, ਇਲੈਕਟ੍ਰੋਨਿਕ ਡਿਲੇ ਸਟੋਰੇਜ ਆਟੋਮੈਟਿਕ ਕੈਲਕੂਲੇਟਰ। ਫੁੱਲ ਫਾਰਮ ਮਹੱਤਵਪੂਰਨ, ਫੁੱਲ ਫਾਰਮਸ ਤੇ ਜ਼ਰੂਰ ਜ਼ਿਕਰ ਬਾਰ-ਬਾਰ ਪੜ੍ਹਿਓ ਇਹਦੀਆਂ ਫੁੱਲ ਫਾਰਮਸ ਨੂੰ। ਮਾਈਨਰ ਜਿਹਾ ਫਰਕ ਹੈ, ਕਿਸੇ 'ਚ ਕੈਲਕੂਲੇਟਰ ਲਿਖ ਦਿੰਦੇ ਨੇ ਪਿੱਛੇ, ਕਿਸੇ 'ਚ ਕੰਪਿਊਟਰ ਲਿਖ ਦਿੰਦੇ ਨੇ, ਇੰਨਾ ਕੀ ਫਰਕ ਪਾਉਂਦੇ ਨੇ ਪੇਪਰ ਵਾਲੇ। ਇਹ ਨਹੀਂ ਹੈਗਾ ਕਿ ਪੂਰੀ ਫੁੱਲ ਫਾਰਮ ਨੂੰ ਹੀ ਬਦਲ ਦੇਣਗੇ, ਬਸ ਇੰਨਾ ਕੀ ਫਰਕ ਪਾਉਣਗੇ, ਕਿਤੇ ਕੰਪਿਊਟਰ ਲਿਖ ਦੇਣਗੇ, ਕਿਤੇ ਕੈਲਕੂਲੇਟਰ ਲਿਖ ਦੇਣਗੇ, ਤੇ ਇੰਨੇ 'ਚ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿਹਦੇ 'ਚ ਕੈਲਕੂਲੇਟਰ ਹੈ ਕਿਹਦੇ 'ਚ ਕੰਪਿਊਟਰ ਹੈ। ਬੜੇ ਧਿਆਨ ਨਾਲ ਪੜ੍ਹਿਓ ਇਹਦੀਆਂ ਫੁੱਲ ਫਾਰਮਸ ਨੂੰ। ਫਿਰ ਆਉਂਦਾ UNIVAC, ਯੂਨੀਵਰਸਲ ਆਟੋਮੈਟਿਕ ਕੰਪਿਊਟਰ। ਇਹਨੂੰ ਵੀ J. ਤੇ ਮੌਕਲੇ 51 ਦੇ ਵਿੱਚ ਬਣਾਉਂਦੇ ਨੇ। ਕਿਹਨਾਂ ਨੇ ਬਣਾਇਆ? ਧਿਆਨ ਦੇ ਵਿੱਚ ਰੱਖ ਲਿਓ। ਤਾਂ ਇਹ ਮੇਰੇ ਕੋਲੇ ਕੁਝ ਕੰਪਿਊਟਰ ਸੀ ਜਿਹੜੇ ਇਲੈਕਟ੍ਰੋਨਿਕ ਕੰਪਿਊਟਰ ਬਣੇ ਉਸ ਐਰਾ ਦੇ ਵਿੱਚ। ਹੁਣ ਮੈਂ ਚੱਲਦਾ ਸਿੱਧਾ ਪੀੜ੍ਹੀਆਂ ਦੇ ਉੱਤੇ, ਜਨਰੇਸ਼ਨਸ ਦੇ ਉੱਤੇ। ਜਨਰੇਸ਼ਨਸ ਤੇ ਕੰਮ ਕਰਨਾ ਸ਼ੁਰੂ ਕਰਾਂਗੇ। ਕੰਪਿਊਟਰ ਦੀਆਂ ਜਨਰੇਸ਼ਨਸ। ਕੰਪਿਊਟਰ ਦੀਆਂ ਜਨਰੇਸ਼ਨਸ ਦਾ ਮਤਲਬ ਇਹ ਹੋ ਗਿਆ ਕਿ ਪੀੜ੍ਹੀਆਂ ਕੰਪਿਊਟਰ ਦੀਆਂ। ਪਹਿਲਾਂ ਜਿਹੜਾ ਕੰਪਿਊਟਰ ਬਣਿਆ ਉਹਦੇ 'ਚ ਕੀ ਟੈਕਨੋਲੋਜੀ ਵਰਤੀ ਗਈ। ਜਨਰੇਸ਼ਨਸ 'ਚ ਤਿੰਨ ਚੀਜ਼ਾਂ ਦਾ ਬੜਾ ਖਾਸ ਧਿਆਨ ਰੱਖਿਆ ਜਾਊਗਾ, 3-4 ਚੀਜ਼ਾਂ ਦਾ। ਪਹਿਲੀ ਚੀਜ਼ ਟੈਕਨੋਲੋਜੀ, ਕਿਹੜੀ ਟੈਕਨੋਲੋਜੀ ਤੇ ਕੰਮ ਕਰਦਾ ਸੀਗਾ ਉਹ। ਦੂਜੀ ਚੀਜ਼ ਜਿਹਦਾ ਜ਼ਿਕਰ ਆਊਗਾ ਪੀਰੀਅਡ, ਕਿੰਨੇ ਪੀਰੀਅਡ ਤੋਂ ਲੈ ਕੇ ਕਿੰਨੇ ਪੀਰੀਅਡ ਤੱਕ ਤੁਹਾਡੀ ਜਨਰੇਸ਼ਨ ਚੱਲੀ ਹੈ। ਤੀਜਾ ਕੀ ਧਿਆਨ ਦਿੱਤਾ ਜਾਊਗਾ? ਤੀਜੀ ਚੀਜ਼ ਜਿਹੜੀ ਧਿਆਨ 'ਚ ਰੱਖੀ ਜਾਊਗੀ ਸਪੀਡ, ਕਿੰਨੀ ਸਪੀਡ ਸੀ, ਇਹ ਵੀ ਆਪਣੇ ਆਪ 'ਚ ਮਹੱਤਵਪੂਰਨ ਹੋਊਗੀ। ਕਿੰਨੀ ਜਲਦੀ ਰਿਜ਼ਲਟ ਕੱਢ ਕੇ ਦਿੰਦਾ ਸੀ ਉਹ ਇਨਸਟਰਕਸ਼ਨ ਦੇਣ ਤੋਂ ਬਾਅਦ। ਚੌਥੀ ਚੀਜ਼ ਜਿਹੜੀ ਧਿਆਨ 'ਚ ਰੱਖੀ ਜਾਊਗੀ ਮੈਮਰੀ ਦਾ ਕੰਸੈਪਟ, ਕਿਹੜੀ ਮੈਮਰੀ ਸੀ ਜਿਹੜੀ ਅਸੀਂ ਉਹਦੇ ਵਿੱਚ ਵਰਤੀ। ਪੰਜਵੀਂ ਚੀਜ਼ ਐਗਜ਼ਾਮਪਲਾਂ। ਆਹ 5 ਚੀਜ਼ਾਂ ਨੇ ਜਿਨ੍ਹਾਂ ਦਾ ਖਾਸ ਧਿਆਨ ਦੇਣਾ ਹਰ ਇੱਕ ਨੂੰ ਪੜ੍ਹਦੇ ਹੋਏ। ਬਾਕੀ ਥਿਊਰੀ ਦੀ ਤਾਂ ਚਲੋ ਕੰਸੈਪਟ ਧਿਆਨ 'ਚ ਰੱਖਣ ਵਾਸਤੇ ਸਾਨੂੰ ਕਾਫੀ ਚੀਜ਼ਾਂ ਪੜ੍ਹਨੀਆਂ ਪੈਂਦੀਆਂ। ਮੇਨ ਫੋਕਸ ਆ 5 ਪੁਆਇੰਟ ਤੇ ਰਵੇ। ਸਵਾਲ ਇਹਨਾਂ ਦੇ ਵਿੱਚੋਂ ਘੁੰਮੂਗਾ ਤੇ ਇਹਦੇ ਵਿੱਚੋਂ ਸਵਾਲ ਲਾਜ਼ਮੀ ਪੁੱਛਿਆ ਜਾਂਦਾ ਹੈ, ਇੰਪੋਰਟੈਂਟ ਟੌਪਿਕ ਹੈ। ਲਓ ਜੀ, ਹੁਣ ਅਸੀਂ ਸ਼ੁਰੂ ਹੁੰਨੇ ਆ। ਠੀਕ ਹੈ, ਕੰਪਿਊਟਰ ਦੇ ਵਿੱਚ ਜਨਰੇਸ਼ਨਾਂ ਦੇ ਵਿੱਚ ਵੱਖਰੇ ਆ, ਜਿਵੇਂ ਤੁਹਾਨੂੰ ਮੈਂ ਦਿਖਾਊਂਗਾ ਕਿ ਪਹਿਲੀ ਜਨਰੇਸ਼ਨ ਦੇ ਵਿੱਚ ਵੈਕਿਊਮ ਟਿਊਬਸ ਵਰਤੀਆਂ ਗਈਆਂ। ਵੈਕਿਊਮ ਟਿਊਬਸ ਦੇਖਣ ਨੂੰ ਇਹੋ ਜਿਹੀ ਹੁੰਦੀ ਹੈ। ਦੂਜੀ ਦੇ ਵਿੱਚ ਟਰਾਂਜਿਸਟਰ ਵਰਤੇ ਗਏ, ਉਹ ਇਹੋ ਜਿਹੇ ਦੇਖਣ ਨੂੰ ਹੁੰਦੇ ਨੇ। ਫਿਰ ਇੰਟੀਗ੍ਰੇਟਿਡ ਸਰਕਿਟਸ ਆ ਗਏ, ਫਿਰ VLSI ਚਿਪਸ ਆ ਗਈਆਂ, ULSI ਚਿਪਸ ਆ ਗਈਆਂ। ਆਹ ਸਾਰੀਆਂ ਚੀਜ਼ਾਂ ਦੇਖਾਂਗੇ। ਇੱਥੇ ਕਰੈਕਟਰਿਸਟਿਕਸ, ਇਹ ਤਾਂ ਇੱਕ ਛੋਟਾ ਜਿਹਾ ਚਾਰਟ ਬਣਾਤਾ ਮੈਂ ਇੱਥੇ ਤਾਂ ਕਿ ਤੁਸੀਂ ਜਦੋਂ ਰਿਵੀਜ਼ਨ ਕਰੋ ਉਦੋਂ ਇੱਥੋਂ ਪੜ੍ਹ ਕੇ ਤੁਹਾਡਾ ਸਰਜੇ, ਨਾਲੇ ਤੁਹਾਨੂੰ ਪਤਾ ਲੱਗ ਜੇ ਵੀ ਕੀ ਬਣਿਆ। ਆਹ ਉਹਨਾਂ ਦੀਆਂ ਖੂਬੀਆਂ ਸੀ, ਇਹ ਕੰਪਿਊਟਰ ਸੀ ਜਿਹੜੇ ਉਸ ਦੌਰ ਦੇ ਵਿੱਚ ਬਣੇ। ਤਾਂ ਆਹ ਚਾਰਟ ਨੂੰ ਤਾਂ ਤੁਸੀਂ ਰਿਵੀਜ਼ਨ ਦੇ ਤੌਰ ਤੇ ਵਰਤੋਗੇ, ਪਰ ਆਪਾਂ ਹੁਣ ਇੱਥੇ ਪੜਾਂਗੇ ਇਹਨੂੰ ਫੁੱਲ ਫਲੈਜ ਡਿਟੇਲ ਦੇ ਵਿੱਚ। ਪਹਿਲੀ ਜਨਰੇਸ਼ਨ 1942 ਤੋਂ ਲੈ ਕੇ 1955 ਤੱਕ ਚੱਲੀ। ਫਸਟ ਜਨਰੇਸ਼ਨ ਕੰਪਿਊਟਰ ਦੀ ਨੇ ਕੰਸੈਪਟ ਵਰਤਿਆ ਸੀਗਾ ਸਟੋਰਡ ਪ੍ਰੋਗਰਾਮ ਦਾ। ਸਟੋਰਡ ਪ੍ਰੋਗਰਾਮ ਦਾ ਕੰਸੈਪਟ ਵਰਤਿਆ ਗਿਆ।
ਤੇ ਇਹਦੇ ਵਿੱਚ ਜਿਹੜੀ ਟੈਕਨੋਲੋਜੀ ਵਰਤੀ ਗਈ ਸੀ ਉਹ ਸੀ ਵੈਕਿਊਮ ਟਿਊਬ ਦੀ ਟੈਕਨੋਲੋਜੀ। ਮੋਸਟ ਇੰਪੋਰਟੈਂਟ ਪੁਆਇੰਟ, ਆਹ ਵੈਕਿਊਮ ਟਿਊਬ ਆ, ਤੁਸੀਂ ਦੇਖ ਸਕਦੇ ਹੋ ਕਾਫੀ ਸਾਰੀਆਂ ਵੈਕਿਊਮ ਟਿਊਬਸ ਇਕੱਠੀਆਂ ਕਰਕੇ ਇਹਦੇ ਤੇ ਲਾਈਆਂ ਜਾਂਦੀਆਂ ਸੀ, ਜਿਹੜੀਆਂ ਕਿ ਇਸ ਕੰਪਿਊਟਰ ਨੂੰ ਸਿਗਨਲ ਨੂੰ ਐਂਪਲੀਫਾਈ ਕਰਨ ਦਾ ਕੰਮ ਕਰਦੀਆਂ ਸੀ, ਇਹਨੂੰ ਚਲਾਉਣ ਦੇ ਕੰਮ ਆਉਂਦੀਆਂ ਸੀਗੀਆਂ। ਹੁਣ ਥਾਊਜ਼ੈਂਡਸ ਆਫ ਵੈਕਿਊਮ ਟਿਊਬਸ ਇੱਕ ਕੰਪਿਊਟਰ ਦੇ ਵਿੱਚ ਜੁੜਦੀਆਂ ਸੀ ਤੇ ਜੁੜ ਕੇ ਕੰਪਿਊਟਰ ਬਣਾਉਂਦੀਆਂ ਸੀ। ਪ੍ਰੋਬਲਮ ਕੀ ਆ ਜਾਂਦੀ ਸੀ ਕਿ ਇਹਨਾਂ ਦਾ ਸਾਈਜ਼ ਬਹੁਤ ਵੱਡਾ ਨਿਕਲ ਜਾਂਦਾ ਸੀ ਤੇ ਬਿਜਲੀ ਦੀ ਖਪਤ ਪੁੱਛੋ ਨਾ, ਹੀਟ ਇੰਨੀ ਛੱਡਦੇ ਸੀ, AC ਘੱਟੋ ਘੱਟ 4-5 ਕਮਰੇ 'ਚ ਲਾਉਣੇ ਪੈਂਦੇ ਸੀ ਜਿੱਥੇ ਇਹ ਕੰਪਿਊਟਰ ਬਣਦਾ ਸੀ। ਤਾਂ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਦੀਆਂ ਪ੍ਰੋਬਲਮਸ ਨੇ, ਸਾਈਜ਼ ਵੱਡਾ, ਬਿਜਲੀ ਬਹੁਤ ਖਾਣੀ, ਹੀਟ ਬਹੁਤ ਛੱਡਣੀ। ਟੈਕਨੋਲੋਜੀ ਕਿਹੜੀ ਵਰਤੀ? ਵੈਕਿਊਮ ਟਿਊਬਸ, ਜਿਹੜੀਆਂ ਵਰਤ ਕੇ ਇਹ ਬਣਾਈ ਗਈ। ਠੀਕ ਹੈ, ਇਹ 2-3 ਪੁਆਇੰਟ ਦਾ ਧਿਆਨ ਦੇ ਵਿੱਚ ਮੈਂ ਉਮੀਦ ਕਰਦਾ ਕਿ ਆ ਗਏ ਹੋਣਗੇ ਹੁਣ ਤੁਹਾਡੇ। ਅਗਲਾ ਪੁਆਇੰਟ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ, ਕਿਹੜੇ ਤਰ੍ਹਾਂ ਦੀ ਮੈਮਰੀਜ਼ ਵਰਤੀਆਂ ਗਈਆਂ ਇਹਦੇ ਵਿੱਚ। ਮੈਮਰੀਜ਼ ਹੁੰਦੀ ਆ ਜਿਹਦੇ ਵਿੱਚ ਡਾਟਾ ਸਟੋਰ ਕੀਤਾ ਜਾਂਦਾ, ਜਿਵੇਂ ਤੁਹਾਡੀ ਪੈਨ ਡਰਾਈਵ। ਇਹਦੇ ਵਿੱਚ ਮੈਗਨੈਟਿਕ ਡਰਮ ਤੇ ਮੈਗਨੈਟਿਕ ਟੇਪ, ਆਹ 2 ਤਰ੍ਹਾਂ ਦੀਆਂ ਮੈਮਰੀਆਂ ਦਾ ਪ੍ਰਯੋਗ ਕੀਤਾ ਗਿਆ ਸਾਡੇ ਕੋਲੇ ਪਹਿਲੀ ਜਨਰੇਸ਼ਨ ਦੇ ਵਿੱਚ। ਮੈਗਨੈਟਿਕ ਡਰਮ, ਮੈਗਨੈਟਿਕ ਟੇਪਸ। ਹੁਣ ਮੈਗਨੈਟਿਕ ਟੇਪਸ ਤੁਸੀਂ ਨੇ ਦੇਖੀਆਂ ਹੋਣੀਆਂ, ਜਿਵੇਂ ਜਿਹੜੀਆਂ ਤੁਹਾਡੀਆਂ ਉਹ ਰੀਲਾਂ ਆਉਂਦੀਆਂ ਸੀ ਪੁਰਾਣੀਆਂ, ਗਾਣਿਆਂ ਵਾਲੀਆਂ ਨਹੀਂ ਹੁੰਦੀਆਂ ਸੀ, ਗਾਣਿਆਂ ਦੀਆਂ ਕੈਸੇਟਸ ਬੋਲਦੇ ਸੀ ਆਪਾਂ, ਪੁਰਾਣੇ ਸਟੀਰੀਓ ਆਉਂਦੇ ਹੁੰਦੇ ਸੀ, ਉਹਦੇ ਵਿੱਚ ਪੈਂਦੀਆਂ ਸੀ, ਉਹ ਮੈਗਨੈਟਿਕ ਟੇਪ ਵਾਲੀਆਂ ਤਾਂ ਹੁੰਦੀਆਂ ਸੀ। VCR ਦੇ ਵਿੱਚ ਜਿਹੜੀਆਂ ਕੈਸੇਟਸ ਪਾਉਂਦੇ ਸੀ ਉਹ ਵੀ ਮੈਗਨੈਟਿਕ ਟੇਪ ਵਾਲੀਆਂ ਸੀ। ਉਹ ਵਾਲੀ ਟੈਕਨੋਲੋਜੀ ਦੀ ਗੱਲ ਕਰ ਰਿਹਾ ਇਹ ਇੱਥੇ। ਠੀਕ ਹੈ, ਅਗਲਾ ਇੰਪੋਰਟੈਂਟ ਪੁਆਇੰਟ, ਜਿਹੜੀ ਇਹਦੇ ਵਿੱਚ ਪ੍ਰੋਗਰਾਮਿੰਗ ਕੀਤੀ ਜਾਂਦੀ ਸੀ ਉਹ ਮਸ਼ੀਨ ਲੈਂਗੁਏਜ ਕਿਹਦੇ ਥਰੂ ਹੁੰਦੀ ਸੀ? ਅਸੈਂਬਲੀ ਲੈਂਗੁਏਜ ਦੇ ਥਰੂ। ਅਸੈਂਬਲੀ ਲੈਂਗੁਏਜ ਵੀ ਇੱਥੇ ਆ ਗਈ ਸੀ ਤੇ ਮਸ਼ੀਨ ਲੈਂਗੁਏਜ, ਆਹ 2 ਲੈਂਗੁਏਜਸ ਦਾ ਜ਼ਿਕਰ। ਹੁਣ ਅਸੈਂਬਲੀ ਲੈਂਗੁਏਜ ਕੀ ਹੁੰਦੀ ਹੈ? ਜਿਹੜੀਆਂ ਪਿੱਛੇ ਮੈਂ ਲਿਖੀ ਸੀ ਨਾ ਤੁਹਾਨੂੰ, ਐਡ A, B, ਇਹ ਅਸੈਂਬਲੀ ਲੈਂਗੁਏਜ ਹੈ। ਵੈਸੇ ਲੈਂਗੁਏਜਸ ਦੇ ਚੈਪਟਰ ਨੂੰ ਅੱਡ ਪੜ੍ਹਿਆ ਜਾਊਗਾ ਉੱਥੇ ਡਿਟੇਲ ਦੇ ਵਿੱਚ, ਪਰ ਇੱਕ ਗੱਲ ਮੈਂ ਮੋਟੀ ਜੀ ਸਮਝਾਉਣਾ ਕਿ ਮੇਰੇ ਕੋਲੇ ਜਦੋਂ ਕੋਈ ਕੰਪਿਊਟਰ ਬਣਦਾ ਤਾਂ ਉਹਦੀ ਇੱਕ ਇੰਸਟਰਕਸ਼ਨ ਸੈੱਟ ਬਣਦਾ ਹੈ। ਇੰਸਟਰਕਸ਼ਨ ਸੈੱਟ ਕਹਿਣ ਦਾ ਮਤਲਬ ਕੀ ਹੋਇਆ, ਇੱਕ ਪ੍ਰੋਸੈਸਰ ਆਇਆ ਨਵਾਂ ਮਾਰਕੀਟ 'ਚ, ਉਸ ਪ੍ਰੋਸੈਸਰ ਨੂੰ ਚਲਾਉਣ ਵਾਸਤੇ ਕੁਝ ਇੰਸਟਰਕਸ਼ਨਸ ਹੋਣਗੀਆਂ ਜਿਹਦੇ ਤੇ ਉਹ ਕੰਮ ਕਰੂਗਾ। ਫਰਜ਼ ਕਰੋ ਉਹ 100 ਇੰਸਟਰਕਸ਼ਨਾਂ ਨੇ, ਜਿਵੇਂ ਐਡ, ਮੂਵ, ਐਵੇਂ ਦੀਆਂ ਕਈ ਇੰਸਟਰਕਸ਼ਨਾਂ, ਉਹਦੇ ਉਸ ਪਾਰਟਿਕੂਲਰ ਪ੍ਰੋਸੈਸਰ ਦਾ ਇੰਸਟਰਕਸ਼ਨ ਸੈੱਟ ਹੋ ਗਿਆ। ਉਸ ਇੰਸਟਰਕਸ਼ਨ ਸੈੱਟ ਨੂੰ ਸਾਨੂੰ ਯਾਦ ਕਰਨਾ ਪਊਗਾ ਜੇ ਅਸੀਂ ਉਸ ਪ੍ਰੋਸੈਸਰ ਨੂੰ ਵਰਤ ਕੇ ਕੋਈ ਚੀਜ਼ ਬਣਾਉਣਾ ਚਾਹੁੰਦੇ ਹਾਂ। ਇਹ ਐਵੇਂ ਹੀ ਚੱਲਿਆ ਇੱਕ ਕਾਲ ਪੂਰੇ ਦਾ ਪੂਰਾ, ਪਰ ਹਰ 6 ਮਹੀਨੇ ਬਾਅਦ ਤਾਂ ਨਵਾਂ ਪ੍ਰੋਸੈਸਰ ਆ ਜਾਂਦਾ ਸੀਗਾ। ਤੁਸੀਂ ਕਿੰਨੇ ਕੁ ਇੰਸਟਰਕਸ਼ਨ ਸੈੱਟ ਯਾਦ ਕਰ ਲਓਗੇ? ਪਹਿਲੇ ਦੇ ਵਿੱਚ 100 ਕਮਾਂਡਾਂ ਸੀ, ਅਗਲਾ ਨਵਾਂ ਬਣਿਆ ਉਹਦੇ ਵਿੱਚ 200 ਕਮਾਂਡਸ ਹੋ ਗਈਆਂ। ਇਹਦਾ ਮਤਲਬ ਪੁਰਾਣਾ ਇੰਜੀਨੀਅਰ ਤਾਂ ਵਿਹਲਾ ਹੋ ਗਿਆ ਜਿਹਨੇ ਪਿਛਲਾ ਸਿੱਖਿਆ ਸੀ, ਕਿਉਂਕਿ ਹੁਣ ਤਾਂ ਨਵੀਂ ਟੈਕਨੋਲੋਜੀ ਆ ਗਈ, ਹੁਣ 200 ਕਮਾਂਡਾਂ ਸਿੱਖੋ। ਫਿਰ ਇਹਦਾ ਤੋੜ ਲੱਭਿਆ ਗਿਆ। ਤੋੜ ਕਿਵੇਂ ਲੱਭਿਆ ਗਿਆ? ਫਿਰ ਜਦੋਂ ਖੋਜ ਹੁੰਦੀ ਆ C ਤੇ C++ ਲੈਂਗੁਏਜ ਦੀ, ਜਿਹਨੂੰ ਅਸੀਂ ਹਾਈ ਲੈਵਲ ਲੈਂਗੁਏਜ ਬੋਲਦੇ ਹਾਂ ਬੇਸਿਕਲੀ, ਇਹ ਲੈਂਗੁਏਜਾਂ ਨੂੰ ਇਹ ਅਸੈਂਬਲੀ ਲੈਂਗੁਏਜ ਨਾਲ ਹੀ ਲਿੰਕ ਕਰ ਦਿੱਤਾ ਜਾਂਦਾ ਅੱਜ ਦੀ ਡੇਟ 'ਚ। ਤਾਂ ਤੁਹਾਨੂੰ ਜੇ ਲਿੰਕ ਹੋ ਜਾਂਦੀ ਆ ਤਾਂ ਤੁਹਾਨੂੰ ਸਿਰਫ C++ ਸਿੱਖਣ ਦੀ ਲੋੜ ਹੈ। ਅਸੈਂਬਲੀ ਲੈਂਗੁਏਜ ਨਹੀਂ ਵੀ ਆਉਂਦੀ ਤਾਂ ਵੀ ਤੁਹਾਡਾ ਕੰਮ ਚੱਲ ਜੂਗਾ, ਤਾਂ ਵੀ ਤੁਸੀਂ ਉਸ ਪ੍ਰੋਸੈਸਰ ਦੇ ਉੱਤੇ ਕੰਮ ਕਰ ਸਕਦੇ ਹੋ, ਉਹਨੂੰ ਵਰਤ ਕੇ ਕੋਈ ਚੀਜ਼ ਬਣਾ ਸਕਦੇ ਹੋ ਆਪਣੀ ਐਪਲੀਕੇਸ਼ਨ ਵਾਲੀ। ਤਾਂ ਇਸ ਦੌਰ ਦੇ ਵਿੱਚ ਅਸੈਂਬਲੀ ਲੈਂਗੁਏਜ ਤੇ ਮਸ਼ੀਨ ਲੈਂਗੁਏਜ ਆਈਆਂ। ਇਹ ਪੇਪਰ ਪੁੱਛਦਾ ਹੁੰਦਾ ਕਿ ਮਸ਼ੀਨ ਲੈਂਗੁਏਜ ਤੇ ਅਸੈਂਬਲੀ ਲੈਂਗੁਏਜ ਕਿਹੜੇ ਜਨਰੇਸ਼ਨ ਦੇ ਵਿੱਚ ਵਰਤੀ ਜਾਂਦੀ ਸੀ? ਪਹਿਲੀ ਜਨਰੇਸ਼ਨ ਦੇ ਵਿੱਚ। ਉਮੀਦ ਕਰਦਾ ਕਲੀਅਰ ਹੋ ਗਿਆ ਹੋਊਗਾ। ਇਨਪੁਟ ਆਊਟਪੁੱਟ ਡਿਵਾਈਸ ਇਸ ਟਾਈਮ 'ਚ ਜਿਹੜੇ ਵਰਤੇ ਗਏ ਸੀਗੇ ਉਹ ਪੰਚ ਕਾਰਡ ਤੇ ਪੇਪਰ ਟੇਪ ਸੀ ਜਿਹੜੇ ਵਰਤੇ ਜਾਂਦੇ ਸੀਗੇ। ਪੰਚ ਕਾਰਡ ਤੇ ਪੇਪਰ ਟੇਪ। ਇੰਪੋਰਟੈਂਟ ਪੁਆਇੰਟ, ਸਪੀਡ ਕਿੰਨੀ ਸਪੀਡ ਸੀਗੀ? ਮਿਲੀ ਸੈਕਿੰਡ, ਮਤਲਬ 10 ਦੀ ਪਾਵਰ -3 ਇੰਨੇ ਮਿਲੀ ਸੈਕਿੰਡ ਦੇ ਵਿੱਚ ਡਾਟਾ ਪ੍ਰੋਸੈਸ ਕਰਕੇ ਬਾਹਰ ਕਰ ਦਿੰਦਾ ਸੀ। ਮਤਲਬ ਇੰਨੀ ਸਪੀਡ ਸੀ ਡਾਟਾ ਨੂੰ ਪ੍ਰੋਸੈਸ ਕਰਨ ਦੀ। ਤਾਂ ਆਹ ਕੁਝ ਪੁਆਇੰਟ ਨੇ ਜਿਹੜੇ ਇੰਪੋਰਟੈਂਟ ਸਾਨੂੰ ਧਿਆਨ 'ਚ ਰਹਿਣ। ਇੱਥੇ ਐਗਜ਼ਾਮਪਲਾਂ ਹੋ ਗਈਆਂ, ENIAC, EDBAC, UNIVAC, IBM 650। ਇਹ ਇਸ ਦੌਰਾਨ ਪਹਿਲੀ ਜਨਰੇਸ਼ਨ ਦੌਰਾਨ ਬਣੇ ਹੋਏ ਕੰਪਿਊਟਰ ਨੇ। ਤਾਂ 3-4 ਪੁਆਇੰਟ ਜਿਹੜੇ ਮੇਰੇ ਧਿਆਨ 'ਚ ਆਏ, ਟੈਕਨੋਲੋਜੀ ਵੈਕਿਊਮ ਟਿਊਬ ਦੀ ਵਰਤੀ ਗਈ, ਮੈਮਰੀਜ਼ ਮੈਗਨੈਟਿਕ ਡਰਮ ਤੇ ਮੈਗਨੈਟਿਕ ਟੇਪਸ ਆ ਗਈਆਂ ਮੇਰੇ ਕੋਲੇ। ਅਗਲਾ ਜ਼ਿਕਰ ਆਇਆ ਕਿ ਮੇਰੇ ਕੋਲੇ ਮਸ਼ੀਨ ਲੈਂਗੁਏਜ ਤੇ ਅਸੈਂਬਲੀ ਲੈਂਗੁਏਜ ਦਾ ਇਹਦੇ ਵਿੱਚ ਯੂਜ਼ ਹੋਣਾ ਸ਼ੁਰੂ ਹੋ ਗਿਆ। ਇਨਪੁਟ ਆਊਟਪੁੱਟ ਡਿਵਾਈਸ ਇਹਦੇ 'ਚ ਜਿਹੜੇ ਵਰਤੇ ਸੀ ਉਹ ਪੰਚ ਕਾਰਡ ਤੇ ਪੇਪਰ ਟੇਪ ਵਰਤੇ ਸੀ। ਸਪੀਡ ਇਹਨਾਂ ਦੀ ਸੀਗੀ ਮਿਲੀ ਸੈਕਿੰਡਸ। ਆਹ ਤੁਹਾਨੂੰ 3-4 ਪੁਆਇੰਟ ਕਲੀਅਰ ਹੋਣੇ ਚਾਹੀਦੇ ਨੇ। ਠੀਕ ਹੈ, ਇਹਦੇ ਵਿੱਚੋਂ ਹੀ ਸਵਾਲ ਤੁਹਾਡਾ ਘੁੰਮੇਗਾ, ਜਿਹੜਾ ਪੂਰਾ ਦਾ ਪੂਰਾ ਸਵਾਲ ਘੁੰਮਣਾ ਹੈ। ਦੂਜੀ ਜਨਰੇਸ਼ਨ ਸ਼ੁਰੂ ਹੁੰਦੀ ਹੈ 1955 ਤੋਂ ਲੈ ਕੇ 1964 'ਚ। ਸੇਮ ਹੀ ਪੁਆਇੰਟ ਹੁਣ ਅਸੀਂ ਇਹਦੇ 'ਚ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਇਹਦੇ ਵਿੱਚ ਵੈਕਿਊਮ ਟਿਊਬ ਨੂੰ ਰਿਪਲੇਸ ਕਰਤਾ ਕਿਹਨੇ? ਟ੍ਰਾਂਜਿਸਟਰ ਨੇ।
ਸਿੱਧਾ ਸਵਾਲ ਪੇਪਰ 'ਚ ਪੁੱਛਦੇ ਆ ਕਿ ਦੂਜੀ ਜਨਰੇਸ਼ਨ 'ਚ ਵੈਕਿਊਮ ਟਿਊਬ ਨੂੰ ਰਿਪਲੇਸ ਕਰਕੇ ਕੀ ਵਰਤਿਆ ਗਿਆ? ਟਰਾਂਜਿਸਟਰ ਵਰਤਿਆ ਗਿਆ। ਟਰਾਂਜਿਸਟਰ ਕੀ ਚੀਜ਼ ਹੁੰਦੀ ਆ? ਆ ਦਿਖਾਉਣਾ ਤੁਹਾਨੂੰ ਫੋਟੋ ਦੇ ਵਿੱਚ ਸੀ। ਆਹ ਟਰਾਂਜਿਸਟਰ ਹੈ ਮੇਰੇ ਕੋਲੇ, ਮਤਲਬ ਐਵੇਂ ਦਾ ਡਿਵਾਈਸ ਹੈ, ਇਹਦੇ 3 ਲੱਤਾਂ ਨੇ ਐਵੇਂ। ਇਹ 3 ਟਰਮੀਨਲ ਦੇ ਨਾਮ ਵੀ ਕਈ ਵਾਰ ਪੁੱਛੇ ਜਾ ਸਕਦੇ ਨੇ, ਵੈਸੇ ਅੱਜ ਤੱਕ ਪੁੱਛੇ ਨਹੀਂ ਗਏ, ਪਰ ਅੱਜ ਕੱਲ੍ਹ ਜਿਵੇਂ ਚੱਲ ਰਿਹਾ ਕੁਝ ਵੀ ਪੁੱਛ ਸਕਦੇ ਨੇ। ਇਹਨਾਂ ਦੇ ਨਾਮ ਹੁੰਦੇ ਨੇ ਐਮੀਟਰ, ਬੇਸ, ਕਲੈਕਟਰ। ਇਹ 3 ਟਰਮੀਨਲ ਨੇ, ਦੀਆਂ ਲੱਤਾਂ ਨੇ ਜਿਹੜੇ ਇਹਨਾਂ ਦੇ ਨਾਮ ਨੇ, ਤਾਂ ਇਹਨੂੰ ਧਿਆਨ ਦੇ ਵਿੱਚ ਰੱਖਿਓ। ਹੁਣ ਇਹ ਟਰਾਂਜਿਸਟਰ ਵੀ ਜਿਵੇਂ ਵੈਕਿਊਮ ਟਿਊਬ ਨੂੰ ਇੱਕ ਐਂਪਲੀਫਾਇਰ ਦੇ ਤੌਰ ਤੇ ਵਰਤਿਆ ਜਾਂਦਾ ਸੀ, ਹੁਣ ਉਹੀ ਐਂਪਲੀਫਾਇਰ ਦਾ ਕੰਮ ਇੱਥੇ ਕਿਹਨੇ ਕੀਤਾ? ਟਰਾਂਜਿਸਟਰਾਂ ਨੇ ਕੀਤਾ। ਟਰਾਂਜਿਸਟਰ ਦੀ ਵੈਸੇ ਤੁਹਾਨੂੰ ਐਪਲੀਕੇਸ਼ਨ ਮੈਂ ਪੁੱਛ ਲਵਾਂ ਤਾਂ ਟਰਾਂਜਿਸਟਰ ਨੂੰ ਐਜ਼ ਆ ਐਂਪਲੀਫਾਇਰ ਵੀ ਵਰਤਿਆ ਜਾ ਸਕਦਾ, ਇਹਨੂੰ ਐਜ਼ ਸਵਿਚ ਵੀ ਵਰਤਿਆ ਜਾ ਸਕਦਾ। ਇਹ ਵੀ ਪੇਪਰ ਤੁਹਾਡੇ ਤੋਂ ਪੁੱਛ ਸਕਦਾ ਕਿ ਟਰਾਂਜਿਸਟਰ ਨੂੰ ਵਰਤਿਆ ਜਾ ਸਕਦਾ ਕਿਵੇਂ, ਕੀ ਬਣਾ ਕੇ? ਇਹਦਾ ਐਂਪਲੀਫਾਇਰ ਵੀ ਬਣਾ ਕੇ ਐਂਪਲੀਫਾਇਰ ਦਾ ਕੰਮ ਲਿਆ ਜਾ ਸਕਦਾ, ਸਵਿਚ ਬਣਾ ਕੇ ਇਹਦੇ ਤੋਂ ਸਵਿਚ ਦਾ ਕੰਮ ਵੀ ਲਿਆ ਜਾ ਸਕਦਾ। ਇਹਨੂੰ ਵੀ ਧਿਆਨ 'ਚ ਰੱਖਿਓ, ਇਹ ਦੋਨੋਂ ਐਂਗਲਾਂ 'ਚ ਕਵਰ ਹੁੰਦਾ। ਸਾਇੰਸ 'ਚ ਵੀ ਇਹ ਚੀਜ਼ ਕਵਰ ਹੁੰਦੀ ਹੈ, ਕੰਪਿਊਟਰ 'ਚ ਵੀ ਕਵਰ ਹੁੰਦੀ ਹੈ। ਅਗਲੀ ਗੱਲ, ਜਿਹੜੇ ਟਰਾਂਜਿਸਟਰ ਨੇ ਇਹ ਸੈਮੀਕੰਡਕਟਰ ਮਟੀਰੀਅਲ ਤੋਂ ਬਣਦੇ ਨੇ। ਸੈਮੀਕੰਡਕਟਰ ਮਟੀਰੀਅਲ 2 ਹੀ ਨੇ ਜਿਹੜੇ ਜ਼ਿਆਦਾਤਰ ਇਹਨਾਂ ਨੂੰ ਬਣਾਉਣ ਦੇ ਲਈ ਅਸੀਂ ਯੂਜ਼ ਕਰਦੇ ਹਾਂ। ਉਹ ਕਿਹੜੇ ਨੇ? ਇੱਕ ਸਿਲੀਕਨ, ਇੱਕ ਜਰਮੇਨੀਅਮ। ਜਰਮੇਨੀਅਮ ਤੇ ਸਿਲੀਕਨ 2 ਇਹੋ ਜਿਹੇ ਮੇਰੇ ਕੋਲੇ ਸੈਮੀਕੰਡਕਟਰ ਡਿਵਾਈਸਿਸ ਨੇ ਜਿਨ੍ਹਾਂ ਦਾ ਅਸੀਂ ਯੂਜ਼ ਕਰਦੇ ਹਾਂ ਇਹਨਾਂ ਨੂੰ ਬਣਾਉਣ ਵਾਸਤੇ। ਤਾਂ ਆਹ ਗੱਲ ਨੂੰ ਧਿਆਨ 'ਚ ਰੱਖਿਓ। ਤਾਂ ਦੂਜੀ ਜਨਰੇਸ਼ਨ ਦੀ ਆਪਾਂ ਦੇਖੀਏ, ਆਹ ਦੇਖੋ ਸੋਲਿਡ ਸਟੇਟ ਸੈਮੀਕੰਡਕਟਰ ਡਿਵਾਈਸ ਛੋਟੇ ਸਾਈਜ਼ ਦੇ ਸੀਗੇ, ਘੱਟ ਇਲੈਕਟ੍ਰਿਸਿਟੀ ਖਾਂਦੇ ਸੀ, ਘੱਟ ਹੀ ਹੀਟ ਛੱਡਦੇ ਸੀ। ਜਿੰਨੀਆਂ ਵੈਕਿਊਮ ਟਿਊਬ ਛੱਡਦੀਆਂ ਸੀ ਉਨੀ ਹੀਟ ਨਹੀਂ ਛੱਡਦੇ, ਨਾ ਹੀ ਇਹ ਉਨੀ ਬਿਜਲੀ ਖਾਂਦੇ ਆ। ਇਹ ਫਾਇਦਾ ਹੋਇਆ ਇਹਨੂੰ ਛੋਟੇ ਜਿਹੇ ਡਿਵਾਈਸ ਨੂੰ ਵਰਤਣ ਦਾ ਜਿਹੜਾ ਸੈਮੀਕੰਡਕਟਰਸ ਤੋਂ ਬਣਿਆ ਹੋਇਆ ਸੀ। ਕਿਹੜੇ ਸੈਮੀਕੰਡਕਟਰ ਵਰਤੇ ਜਾਂਦੇ ਨੇ? ਸਿਲੀਕਨ ਤੇ ਜਰਮੇਨੀਅਮ। ਇਹ ਵੀ P++ ਵੀ ਪੁੱਛ ਚੁੱਕਿਆ ਕਿ ਕਿਹੜੇ ਸੈਮੀਕੰਡਕਟਰ ਨੂੰ ਵਰਤ ਕੇ ਅਸੀਂ ਚਿਪਸ ਨੂੰ ਬਣਾਉਣੇ ਆ ਜਾਂ ਫਿਰ ਟਰਾਂਜਿਸਟਰ ਬਣਾਏ ਜਾਂਦੇ ਨੇ। ਅਗਲੀ ਗੱਲ ਇਹਦੇ ਵਿੱਚ ਜਿਹੜੀ ਆ ਗਈ ਮੇਰੇ ਕੋਲੇ ਸਾਡੇ ਨੋਟ ਕਰਨ ਵਾਲੀ ਹੈ, ਇੱਥੇ ਜਿਹੜੀਆਂ ਵੱਡੀਆਂ ਮੈਗਨੈਟਿਕ ਡਿਸਕਸ ਤੇ ਮੈਗਨੈਟਿਕ ਕੋਰ, ਆਹ 2 ਮੈਮਰੀਜ਼ ਵਰਤੀਆਂ ਜਾਣ ਲੱਗ ਪਈਆਂ। ਇੰਪੋਰਟੈਂਟ ਪੁਆਇੰਟ, ਪਿਛਲੇ ਦੇ ਵਿੱਚ ਅਸੀਂ ਡਰਮ ਦੇਖਿਆ ਸੀਗਾ ਕਿ ਯੂਜ਼ ਹੋਇਆ ਸੀ, ਇੱਥੇ ਮੈਗਨੈਟਿਕ ਡਿਸਕ ਤੇ ਮੈਗਨੈਟਿਕ ਕੋਰ ਵਰਤੀਆਂ ਜਾਣ ਲੱਗ ਗਈਆਂ। ਸੈਕੰਡਰੀ ਸਟੋਰੇਜ ਡਿਵਾਈਸਿਸ ਦੇ ਤੌਰ ਤੇ ਵਰਤੀਆਂ ਜਾਣ ਲੱਗ ਪਈਆਂ। ਸੈਕੰਡਰੀ ਸਟੋਰੇਜ ਕਿਹੜੇ ਹੁੰਦੇ ਨੇ? ਪ੍ਰਾਇਮਰੀ ਸਟੋਰੇਜ ਡਿਵਾਈਸ ਤਾਂ ਉਹ ਹੁੰਦੇ ਨੇ ਜਿਹੜੇ ਕੰਪਿਊਟਰ ਤੇ ਲੱਗੇ ਹੋਏ ਨੇ, ਜਿਵੇਂ ਰੈਮ ਤੇ ਰੋਮ ਮੈਮਰੀ ਵਾਲੇ ਚੈਪਟਰ 'ਚ ਪੜਾਉਂਗਾ, ਇੱਥੇ ਮੈਂ ਉਧਰ ਜ਼ਿਆਦਾ ਖਿਲਾਰਾ ਨਹੀਂ ਪਾਉਂਗਾ। ਪਰ ਜਿਹੜੇ ਮੈਂ ਬਾਹਰ ਜਿਵੇਂ ਚੱਕੀ ਫਿਰਦਾ, ਪੈਨ ਡਰਾਈਵ ਹੈ, ਹਾਰਡ ਡਿਸਕ ਹੈ, ਇਹ ਮੇਰੇ ਸੈਕੰਡਰੀ ਡਿਵਾਈਸਿਸ ਨੇ ਜਿਨ੍ਹਾਂ ਨੂੰ ਮੈਂ ਲੈ ਕੇ ਕੈਰੀ ਵੀ ਕਰ ਸਕਦਾ, ਕਿਤੇ ਲਿਜਾ ਸਕਦਾ ਡਾਟਾ ਪਾ ਕੇ। ਤਾਂ ਇੱਥੇ ਸੈਕੰਡਰੀ ਸਟੋਰੇਜ ਡਿਵਾਈਸਿਸ ਹੋਂਦ 'ਚ ਆ ਗਏ ਸੀ ਮੈਗਨੈਟਿਕ ਡਿਸਕ ਤੇ ਮੈਗਨੈਟਿਕ ਕੋਰ। ਪੇਪਰ 'ਚ ਪੁੱਛ ਸਕਦੇ ਨੇ, ਠੀਕ ਹੈ। ਹੁਣ ਹੋਰ ਇਹਦੇ ਬਾਰੇ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ? ਇੱਥੇ ਆਪਰੇਟਿੰਗ ਸਿਸਟਮ ਵੀ ਐਗਜ਼ਿਸਟੈਂਸ ਦੇ ਵਿੱਚ ਆ ਗਿਆ। ਦੂਜੀ ਜਨਰੇਸ਼ਨ 'ਚ ਆਪਰੇਟਿੰਗ ਸਿਸਟਮ ਦਾ ਜ਼ਿਕਰ ਹੋਣ ਲੱਗ ਪਿਆ। ਆਪਰੇਟਿੰਗ ਸਿਸਟਮ ਤੁਹਾਡੇ ਕੋਲੇ ਕੀ ਹੈ? ਜਿਵੇਂ ਵਿੰਡੋਜ਼, ਉਹ ਸੌਫਟਵੇਅਰ ਪਾਰਟ ਜਿਹੜਾ ਕੰਪਿਊਟਰ ਨੂੰ ਚਲਾਉਣ ਵਾਸਤੇ ਲਾਜ਼ਮੀ ਆ, ਕੰਪਿਊਟਰ ਇਹਦੇ ਨਾਲ ਹੀ ਚੱਲਦਾ ਹੈ। ਵਿੰਡੋਜ਼, ਤੁਹਾਡਾ ਫੋਨ ਹੈ, ਫੋਨ ਦਾ ਆਪਰੇਟਿੰਗ ਸਿਸਟਮ ਕਿਹੜਾ ਹੈ? ਐਂਡਰੋਇਡ, ਜ਼ਿਆਦਾਤਰ ਐਂਡਰੋਇਡ ਹੈ, ਐਪਲ ਵਾਲਿਆਂ ਦਾ ਆਪਣਾ ਹੋਊਗਾ, ਠੀਕ ਹੈ। ਐਵੇਂ ਇਹ ਵੀ ਪੜਾਂਗੇ। ਨੋਕੀਆ ਦਾ ਸਿੰਬੀਅਨ ਹੁੰਦਾ, ਜਿਹੜਾ ਨੋਕੀਆ ਦੇ ਵਿੰਡੋ ਫੋਨ ਆਉਂਦੇ ਨੇ, ਉਹ ਅਲੱਗ ਹੈ, ਇਹ ਅਲੱਗ ਚੈਪਟਰ 'ਚ ਆਊਗਾ, ਅਲੱਗ ਚੈਪਟਰ 'ਚ ਕਵਰ ਕਰਾਂਗੇ ਆਪਾਂ ਆਪਰੇਟਿੰਗ ਸਿਸਟਮ ਚੈਪਟਰ ਦੇ ਵਿੱਚ। ਬੈਚ ਆਪਰੇਟਿੰਗ ਸਿਸਟਮ ਵਰਤਿਆ ਗਿਆ ਪਹਿਲੀ ਵਾਰ ਇਸ ਦੇ ਵਿੱਚ। ਇੰਪੋਰਟੈਂਟ ਪੁਆਇੰਟ ਹੈ, ਧਿਆਨ 'ਚ ਰੱਖਿਓ। ਇੱਥੇ ਸਿਰਫ ਜ਼ਿਆਦਾਤਰ ਰੱਟੇ ਵਾਲਾ ਕੰਮ ਹੀ ਹੈ। ਪ੍ਰੋਗਰਾਮਿੰਗ ਲੈਂਗੁਏਜਸ ਜਿਵੇਂ ਫੋਰਟ੍ਰੇਨ ਹੋ ਗਈ, ਕਬੋਲ ਹੋ ਗਈ, ਅਲਗੋਲ ਹੋ ਗਈ, ਇਹ ਡਿਵੈਲਪ ਹੋ ਗਈਆਂ ਇਸ ਦੌਰ ਦੇ ਵਿੱਚ, ਠੀਕ ਹੈ। ਕਈ ਇਹਨੂੰ 3rd ਜਨਰੇਸ਼ਨ 'ਚ ਲਿਖਦੇ ਨੇ, ਪਰ ਮੈਂ ਤੇ ਸਰਚ ਆਊਟ ਕਰਿਆ ਕਿ ਕਿਹੜੀ ਇਹਨਾਂ ਦੀ ਜਿਹੜੀ ਡਿਵੈਲਪਮੈਂਟ ਪੀਰੀਅਡ ਹੈ 1957 1959 ਇਹ ਦੌਰ 'ਚ ਰਿਹਾ, ਤੇ ਦੂਜੀ ਜਨਰੇਸ਼ਨ 'ਚ ਹੀ ਹੋਈਆਂ ਨੇ। ਤਾਂ ਇਸ ਕਰਕੇ ਮੈਂ ਵੈਰੀਫਾਈ ਕਰਨ ਤੋਂ ਬਾਅਦ ਹੀ ਲਿਖ ਰਿਹਾ ਕਿ ਜਿਹੜੀਆਂ ਪ੍ਰੋਗਰਾਮਿੰਗ ਲੈਂਗੁਏਜਸ ਫੋਰਟ੍ਰੇਨ ਜਾਂ ਕਬੋਲ ਵਰਗੀਆਂ ਨੇ, ਇਹ ਡਿਵੈਲਪ ਹੋਈਆਂ ਸੀ ਦੂਜੀ ਜਨਰੇਸ਼ਨ 'ਚ, ਨਾ ਕਿ ਤੀਜੀ ਜਨਰੇਸ਼ਨ ਦੇ ਵਿੱਚ। ਤੀਜੀ ਜਨਰੇਸ਼ਨ 'ਚ ਵੀ ਯੂਜ਼ 'ਚ ਆਈਆਂ ਹੋਣਗੀਆਂ, ਪਰ ਇਹਨਾਂ ਦੀ ਇਨਵੈਂਸ਼ਨ ਹੋ ਗਈ ਸੀ ਕਿ ਦੂਜੀ ਜਨਰੇਸ਼ਨ ਦੇ ਵਿੱਚ ਹੀ। ਤਾਂ ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਇਹ ਕੁਝ ਲੈਂਗੁਏਜਸ ਨੇ ਜਿਹੜੀਆਂ ਬਣੀਆਂ ਇਸ ਟਾਈਮ ਦੇ ਵਿੱਚ। ਅਸੈਂਬਲੀ ਲੈਂਗੁਏਜ ਦੇ ਵਿੱਚ ਤੇ ਲਾਸਟ 'ਚ ਆਉਂਦੇ 1960 ਦੇ ਦੌਰ ਦੇ ਵਿੱਚ ਹਾਈ ਲੈਵਲ ਲੈਂਗੁਏਜਸ ਜਿਵੇਂ C++,
ਇਹੋ ਜਿਹੀਆਂ ਲੈਂਗੁਏजेस ਵੀ ਹੋਂਦ ਚ ਆ ਗਈਆਂ। ਤਾਂ ਇਹਦਾ ਮਤਲਬ ਹਾਈ ਲੈਵਲ ਲੈਂਗੁਏजेस ਦਾ ਰੋਲ ਕਿਹੜੀ ਜਨਰੇਸ਼ਨ ਚ ਆਇਆ? ਦੂਜੀ ਜਨਰੇਸ਼ਨ ਚ। ਪਹਿਲੀ ਜਨਰੇਸ਼ਨ ਚ ਸਿਰਫ ਕਿਹੜੀ ਸੀ? ਅਸੈਂਬਲੀ ਲੈਂਗੁਏਜ ਤੇ ਮਸ਼ੀਨ ਲੈਂਗੁਏਜ। ਫਰਕ ਸਮਝੀ ਜਾਇਓ, ਜੇ ਤੁਸੀਂ ਰਿਲੇਟ ਕਰਕੇ ਪੜੋਗੇ ਫਰਕ ਤਾਂ ਜ਼ਿਆਦਾ ਕਲੀਅਰ ਹੋਊ ਤੇ ਯਾਦ ਰਹਿਣਗੀਆਂ ਚੀਜ਼ਾਂ। ਕੱਲੇ ਕੱਲੇ ਸ਼ਾਇਦ ਨਾ ਯਾਦ ਰਹਿਣ ਚੀਜ਼ਾਂ, ਵੀ ਪਹਿਲੇ ਚ ਕੀ ਹੋਇਆ ਦੂਜੇ ਚ ਕੀ ਹੋਇਆ, ਐਵੇਂ ਰਿਲੇਟ ਕਰੀ ਜਾਇਓ ਚੀਜ਼ ਨੂੰ, ਠੀਕ ਹੈ। ਹੁਣ ਇਹ ਛੋਟਾ ਹੋਣ ਕਰਕੇ ਕਮਰਸ਼ੀਅਲ ਲੈਵਲ ਤੇ ਜ਼ਿਆਦਾ ਯੂਜ਼ ਹੋਣ ਲੱਗ ਗਿਆ। ਪਹਿਲਾਂ ਵਾਲੇ ਨੂੰ ਤਾਂ ਤੁਸੀਂ ਵੇਚ ਹੀ ਨਹੀਂ ਸਕਦੇ ਸੀ, ਐਡਾ ਚੱਕ ਕੇ ਲੋਕਾਂ ਨੇ ਤੁਰਿਆ ਕਿੱਥੇ ਫਿਰਨਾ ਸੀ। ਹੁਣ ਸਾਈਜ਼ ਛੋਟੇ ਹੋ ਗਏ ਤਾਂ ਵੇਚਣਾ ਵੀ ਸ਼ੁਰੂ ਹੋ ਗਿਆ, ਕਮਰਸ਼ੀਅਲ ਯੂਜ਼ ਸ਼ੁਰੂ ਹੋ ਗਿਆ। ਸਪੀਡ ਜਿਹੜੀ ਇਹਦੀ ਸੀ ਮਾਈਕਰੋ ਸੈਕਿੰਡ, ਪਹਿਲੇ ਦੀ ਸੀਗੀ ਮਿਲੀ ਸੈਕਿੰਡ 10 ਦੀ ਪਾਵਰ -3, ਇਹਦੀ ਹੋ ਗਈ 10 ਦੀ ਪਾਵਰ -6। ਤੁਸੀਂ ਕਹੋਗੇ -6 ਵਾਲੀ ਵੈਲਿਊ ਤਾਂ ਜਿਹੜੀ ਹੋਗੀ ਮਤਲਬ 1/10 ਦੀ ਪਾਵਰ 10 6 ਜ਼ੀਰੋ ਆ, ਇਹ 1/10 ਦੀ ਪਾਵਰ 3, ਇਹ ਤਾਂ ਘਟ ਗਈ ਯਾਰ, ਘਟਾਉਣੀ ਹੋਈ ਆ ਮੈਂ। ਸਪੀਡ ਦਾ ਮਤਲਬ ਕੀ ਹੋਊਗਾ? ਇਹ ਕੀ ਚੀਜ਼ ਹੈ? ਇਹ ਹੈਗੀ ਆ ਕਿ ਡਾਟਾ ਪ੍ਰੋਸੈਸ ਕਰਨ 'ਚ ਕਿੰਨਾ ਟਾਈਮ ਲੱਗਿਆ। ਹੁਣ ਇੱਕ ਚੀਜ਼ ਨੂੰ ਡਾਟਾ ਪ੍ਰੋਸੈਸ ਕਰਨ 'ਚ 1/10 ਥੱਲੇ 6 ਜ਼ੀਰੋ ਆ, ਇੱਕ ਦੇ ਨਾਲ ਇੱਕ ਨੂੰ ਲੱਗਿਆ 1/1000, ਤਾਂ ਇਹਦੇ 'ਚ ਟਾਈਮ ਘੱਟ ਲੱਗਿਆ ਨਾ। ਜਿਹਦੇ 'ਚ ਟਾਈਮ ਘੱਟ ਲੱਗੂਗਾ ਡਾਟਾ ਪ੍ਰੋਸੈਸ ਕਰਕੇ ਬਾਹਰ ਕੱਢਣ 'ਚ, ਉਹਦੀ ਸਪੀਡ ਉਨੀ ਜ਼ਿਆਦਾ ਹੋਊ। ਤਾਂ ਜਿੰਨੀ ਮਾਈਨਸ 'ਚ ਵੈਲਿਊ ਵੱਧਦੀ ਜਾਊਗੀ ਉਨੀ ਹੀ ਸਪੀਡ ਤੁਹਾਡੇ ਪ੍ਰੋਸੈਸਰ ਦੀ ਵੱਧਦੀ ਜਾਊ, ਕੰਪਿਊਟਰ ਦੀ ਸਪੀਡ ਵੱਧਦੀ ਜਾਊ। ਇਹਨੂੰ ਧਿਆਨ 'ਚ ਰੱਖਿਓ। ਤਾਂ ਇੰਪੋਰਟੈਂਟ ਹੈ ਆ ਇਸ ਟਾਈਮ ਦੇ ਵਿੱਚ IBM ਦੀਆਂ ਕੁਝ ਮਸ਼ੀਨਾਂ ਬਣੀਆਂ ਜਿਹੜੀਆਂ ਕਿ ਦੂਜੀ ਜਨਰੇਸ਼ਨ ਨਾਲ ਜੋੜੀਆਂ ਜਾਂਦੀਆਂ ਨੇ। ਤਾਂ ਸੈਕੰਡ ਜਨਰੇਸ਼ਨ ਤੱਕ ਆਪਣਾ ਅੱਜ ਦੇ ਲੈਕਚਰ ਨੂੰ ਆਪਾਂ ਰੱਖਾਂਗੇ। 40 ਤੋਂ 45 ਮਿੰਟ ਦਾ ਲੈਕਚਰ ਆਪਾਂ ਮੈਨੂੰ ਲੱਗਦਾ ਸਫੀਸ਼ੀਐਂਟ ਹੁੰਦਾ। ਇਸ ਤੋਂ ਬਾਅਦ ਜਵਾਕ ਵੀ ਫਿਰ ਪੱਕਣੇ ਸ਼ੁਰੂ ਹੋ ਜਾਂਦੇ ਨੇ, ਠੀਕ ਹੈ। ਤੇ ਇਸ ਤੋਂ ਬਾਅਦ ਅਗਲੇ ਲੈਕਚਰ ਦੇ ਵਿੱਚ ਮੈਂ ਥਰਡ ਜਨਰੇਸ਼ਨ ਤੋਂ ਸ਼ੁਰੂ ਕਰੂੰਗਾ। ਫਿਰ ਥਰਡ ਜਨਰੇਸ਼ਨ, ਟਾਈਪਸ ਆਫ ਕੰਪਿਊਟਰ, ਬਲੌਕ ਐਂਡ 2 ਤੋਂ 3 ਲੈਕਚਰ ਬਣਨਗੇ। ਦੇਖੋ ਇਸ ਪੂਰੇ ਟੌਪਿਕ ਦੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ। ਉਮੀਦ ਹੈ ਕਿ ਕੁਝ ਤੁਹਾਡੇ ਲਈ ਫਰੂਟਫੁਲ ਰਿਹਾ ਹੋਊਗਾ, ਤੁਸੀਂ ਕਾਫੀ ਨਵੀਆਂ ਚੀਜ਼ਾਂ ਸਿੱਖੀਆਂ ਹੋਣਗੀਆਂ। ਸਪੈਸ਼ਲੀ ਜਿਹੜੇ ਬੱਚੇ ਹੁਣ ਤਿਆਰੀ ਦੇ ਵਿੱਚ ਆਏ ਨੇ, ਜਿਨ੍ਹਾਂ ਨੇ ਹਲੇ ਕੰਪਿਊਟਰ ਥੋਰਲੀ ਨਹੀਂ ਪੜ੍ਹਿਆ, ਉਹਨਾਂ ਵਾਸਤੇ ਤਾਂ ਇਹ ਬਹੁਤ ਹੀ ਉਪਯੋਗੀ ਸੀਰੀਜ਼ ਹੋ ਸਕਦੀ ਹੈ। ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਕੋਈ ਵੀ ਕੁਐਰੀ ਹੁੰਦੀ ਹੈ ਸਟਾਰਟਿੰਗ 'ਚ ਤੁਹਾਨੂੰ ਮੈਂ ਨੰਬਰ ਦੱਸ ਚੁੱਕਿਆ 7087405454, ਉਹਦੇ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਤੁਹਾਡੇ ਸਾਰੇ ਡਾਊਟ ਕਲੀਅਰ ਕੀਤੇ ਜਾਣਗੇ। ਇਹ ਤੋਂ ਇਲਾਵਾ ਸਾਡੀ MCQ ਦੀ ਸੀਰੀਜ਼ ਆਲਰੇਡੀ ਚੱਲ ਹੀ ਰਹੀ ਹੈ, ਜਿਸ 'ਚ PET+B ਦੇ ਸਾਰੇ ਪੇਪਰ ਕਰਾਏ ਜਾਣਗੇ 2020 ਤੋਂ ਬਾਅਦ। ਉਹ ਸੀਰੀਜ਼ ਦਾ ਤੁਸੀਂ ਆਨੰਦ ਲੈ ਸਕਦੇ ਹੋ ਤੇ ਤੁਹਾਡੀ ਤਿਆਰੀ ਦੇ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ ਉਹ ਸੀਰੀਜ਼। ਤੇ ਇਸ ਲੈਕਚਰ ਦੇ ਵਿੱਚ ਇੰਨਾ ਹੀ ਹੈ। ਤੁਸੀਂ ਨੇ ਪੇਸ਼ੈਂਸ ਨਾਲ ਸੁਣਿਆ, ਪਸੰਦ ਆਇਆ ਲੈਕਚਰ, ਸਮਝ ਆਈ ਗੱਲ, ਤਾਂ ਸ਼ੇਅਰ ਜ਼ਰੂਰ ਕਰਿਓ ਆਪਣੇ ਯਾਰਾਂ ਦੋਸਤਾਂ ਦੇ ਨਾਲ, ਠੀਕ ਹੈ। ਨਹੀਂ ਪਸੰਦ ਆਇਆ ਤਾਂ ਮੈਂ ਕਦੇ ਨਹੀਂ ਕਹੂੰਗਾ ਕਿ ਸ਼ੇਅਰ ਕਰੋ। ਤੇ ਤੁਸੀਂ ਪੇਸ਼ੈਂਸ ਨਾਲ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।